ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ 'ਚ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿਣਾ ਮੈਂ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ, ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਆਪਾਂ ਨੂੰ ਇੱਧਰੋਂ ਉੱਧਰੋਂ ਨਹੀਂ ਪਤਾ ਲੱਗਦੀਆਂ ਉਹ ਰਾਜਨੀਤੀ 'ਚ ਵਿਚਰਨ ਵਾਲੇ ਲੋਕ ਬੜੀ ਚੰਗੀ ਤਰ੍ਹਾਂ ਸਮਝਾ ਸਕਦੇ ਹੁੰਦੇ ਆ। ਬੜੇ ਸਵਾਲ ਆਪਣੇ ਜ਼ਿਹਨ 'ਚ ਆਉਂਦੇ ਆ ਕਿ ਆ ਫਲਾਨੀ ਗੱਲ ਕਿੱਦਾਂ, ਢੀਂਗੜੀ ਗੱਲ ਕਿੱਦਾਂ, ਇਸ ਮਸਲੇ ਦਾ ਕੀ ਹੱਲ ਹੈ ਜਾਂ ਇਹਦਾ ਕੀ ਹੱਲ ਹੈ। ਤਾਂ ਆਪਾਂ ਉਹ ਗੱਲਾਂ ਬਾਤਾਂ ਇਸ ਪ੍ਰੋਗਰਾਮ 'ਚ ਕਰਦੇ ਹਾਂ। ਉਹਦੇ 'ਚੋਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਲੱਭ ਜਾਂਦੀਆਂ ਨੇ। ਕੁਛ ਗੱਲਾਂ ਪਹਿਲੇ ਪ੍ਰੋਗਰਾਮਾਂ 'ਚ ਹੋਈਆਂ ਹੁੰਦੀਆਂ ਨੇ, ਉਹਨਾਂ ਦੇ ਸਵਾਲ ਵੀ ਅੱਗੇ ਆ ਜਾਂਦੇ ਆ, ਕੁਛ ਨਵੇਂ ਸਵਾਲ ਫਿਰ ਸਾਹਮਣੇ ਆ ਜਾਣਗੇ। ਸੋ ਇਹ ਨਿਰੰਤਰ ਸਾਰਾ ਕੁਛ ਚੱਲਦਾ ਰਹਿੰਦਾ। ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ, ਜਿਹੜੇ ਕਿ ਇਸ ਵਕਤ ਅਕਾਲੀ ਦਲ ਡੈਮੋਕ੍ਰੈਟਿਕ ਦੇ ਨਾਲ ਜੁੜੇ ਹੋਏ ਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਜੁੜੇ ਸੀ, ਉਹ ਪੰਜਾਬ ਦੇ ਵਿੱਤ ਮੰਤਰੀ ਵੀ ਰਹੇ ਆ। ਸੋ ਬਹੁਤ ਲੰਮਾ ਚੌੜਾ ਤਜਰਬਾ ਹੈ ਉਹਨਾਂ ਕੋਲ ਸਿਆਸਤ ਦਾ। ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ ਸੰਧਾਵਾਲੀਆ ਸਾਹਿਬ। ਢੀਂਡਸਾ ਸਾਹਿਬ, ਪਹਿਲਾਂ ਤਾਂ ਇਹ ਦੱਸੋ ਵੀ ਸਿਹਤ ਕਿੱਦਾਂ, ਕਿਉਂਕਿ ਮੈਨੂੰ ਸੁਣ 'ਚ ਆਇਆ ਸੀ ਆ ਕਰੋਨੇ ਵਾਲਾ ਮਸਲਾ ਤੁਹਾਨੂੰ ਵੀ ਹੋ ਗਿਆ। ਇਹ ਕੀ ਚੀਜ਼ ਆ? ਇਹ ਕਰੋਨਾ ਹੋ ਗਿਆ ਸੀ ਮੈਨੂੰ ਵੀ ਤਕਰੀਬਨ ਮਹੀਨਾ ਕੁ ਪਹਿਲਾਂ, ਤੇ ਸਾਰੇ ਪਰਿਵਾਰ ਨੂੰ ਹੀ ਹੋ ਗਿਆ ਸੀਗਾ। ਢੀਂਡਸਾ ਸਾਹਿਬ ਨੂੰ, ਮੈਨੂੰ, ਮੇਰੇ ਬੇਟੇ ਤੋਂ ਬਿਨਾਂ ਤਕਰੀਬਨ ਸਾਰੀ ਫੈਮਿਲੀ ਨੂੰ ਹੀ ਹੋ ਗਿਆ ਸੀ। ਅੱਛਾ ਜੀ। ਤੇ ਠੀਕ ਹੈ, ਵੈਸੇ ਅਕਾਲ ਪੁਰਖ ਦੀ ਮਿਹਰ ਰਹੀ, ਠੀਕ ਤੰਦਰੁਸਤ ਹੋ ਗਏ, ਕੋਈ ਜ਼ਿਆਦਾ ਤਕਲੀਫ ਵੀ ਨਹੀਂ ਹੋਈ। ਤੇ ਵੈਸੇ ਤਾਂ ਹੁਣ ਤਾਂ ਜੀ ਤੋਂ ਵੀ ਸੁਣੀ ਨਾ ਕਿਸੇ ਨਾ ਕਿਸੇ ਨੂੰ ਹੋਇਆ ਹੀ ਹੋਏਗਾ। ਤੇ ਆਸ ਕਰਦੇ ਹਾਂ ਵੀ ਇਹ ਖਤਮ ਹੋ ਜੇ ਬਿਮਾਰੀ, ਲੋਕਾਂ ਨੂੰ ਛੁਟਕਾਰਾ ਮਿਲ ਜਾਏ। ਨਹੀਂ ਤਾਂ ਸਾਰਾ ਕੁਛ ਅਰਥ ਵਿਵਸਥਾ ਹੋਰ ਸਾਰਾ ਕੁਛ ਠੱਪ ਕਰਤਾ ਇਹਨੇ। ਬਿਲਕੁਲ ਸਹੀ। ਵੈਸੇ ਮੈਂ ਇਹ ਤਾਂ ਤੁਹਾਨੂੰ ਪੁੱਛਿਆ ਨਾ, ਮੋਸਟਲੀ ਕੀ ਹੈ ਕਿ ਵੀ ਹੁਣ ਇੱਦਾਂ ਹੋ ਗਿਆ ਵੀ ਯਾਰ ਲੀਡਰਾਂ ਨੂੰ ਕੁਛ ਨਹੀਂ ਹੋ ਸਕਦਾ, ਇਹ ਤਾਂ ਆਮ ਲੋਕਾਂ ਲਈ ਬਿਮਾਰੀਆਂ ਬਣੀਆਂ। ਅਤੇ ਮੈਨੂੰ ਐਂ ਸੀ ਵੀ ਤੁਸੀਂ ਇਹਦੇ ਵਿਕਟਮ ਬਣੇ ਹੋ ਤਾਂ ਤੁਹਾਡੇ ਕੋਲੋਂ ਪੁੱਛ ਲਈਏ। ਵੈਸੇ ਹੁੰਦਾ ਕੀ ਹੈ ਇਹਦੇ ਵਿੱਚ? ਕੋਈ ਥੋੜ੍ਹੀ ਬਹੁਤ ਕੋਈ ਸਿੰਪਟਮ ਦੱਸ ਸਕਦੇ? ਮੈਨੂੰ ਤਾਂ ਬੁਖਾਰ ਹੋਇਆ ਬਹੁਤ ਜ਼ਿਆਦਾ। ਅੱਛਾ ਜੀ। 103 ਬੁਖਾਰ ਹੋਇਆ, 2-3 ਦਿਨ ਟੈਸਟ ਕਰਾਇਆ ਤਾਂ ਉਹਨਾਂ ਨੇ ਪੋਜ਼ੀਟਿਵ ਆਇਆ। ਅਤੇ 2 ਦਿਨ ਮੇਰਾ ਟੇਸਟ ਟੂਸਟ ਚਲੇ ਗਿਆ। ਉਸ ਤੋਂ ਬਾਅਦ ਤਕਰੀਬਨ ਨੋਰਮਲ ਸੀ, ਕਮਜ਼ੋਰੀ ਸੀਗੀ, ਪਰ ਵੈਸੇ 99 ਦਾ ਬੁਖਾਰ ਰਿਹਾ ਮੈਨੂੰ ਹਫ਼ਤਾ ਕੁ, ਫਿਰ ਨੋਰਮਲ ਹੋ ਗਿਆ। ਸੋ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ, ਬਚਾ ਹੀ ਰਹਿ ਗਿਆ। ਸਾਰਿਆਂ ਨੂੰ ਤਕਰੀਬਨ ਥੋੜ੍ਹੇ ਸਿੰਪਟਮ ਸੀ ਸਾਡੀ ਫੈਮਿਲੀ 'ਚ, ਕਿਸੇ ਨੂੰ ਮਤਲਬ ਸਵੇਅਰ ਸਿੰਪਟਮ ਜਿਹੜੇ ਕੋਈ ਬਰੀਦਿੰਗ ਪ੍ਰੋਬਲਮ ਜਾਂ ਹੋਸਪੀਟਲਾਈਜੇਸ਼ਨ ਵਾਲੀ, ਉਹ ਤੋਂ ਬਚਾ ਰਹਿ ਗਿਆ। ਵੈਸੇ ਮੈਨੂੰ ਇਹ ਲੱਗ ਰਿਹਾ ਵੀ ਸਿਆਸਤਦਾਨਾਂ ਨੂੰ ਜ਼ਿਆਦਾ ਹੋ ਰਿਹਾ, ਆਮ ਲੋਕਾਂ ਨੂੰ ਘੱਟ ਹੋ ਰਿਹਾ। ਸਿਆਸਤਦਾਨ ਤਾਂ ਥੋੜ੍ਹੇ ਹੀ ਬਚੇ ਨੇ ਜਿਨ੍ਹਾਂ ਨੂੰ ਨਹੀਂ ਹੋਇਆ। ਲਗਭਗ ਇੱਦਾਂ ਹੀ ਆ, ਤੁਸੀਂ ਠੀਕ ਕਹਿ ਰਹੇ ਹੋ। ਪਰ ਇੱਕ ਚੀਜ਼ ਹੈ, ਮੈਂ ਇਹ ਤਾਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਇਹ ਨਾ ਜਦੋਂ ਆਇਆ ਕਰੋਨਾ ਤਾਂ ਪਹਿਲਾਂ ਬਾਰ-ਬਾਰ ਰੌਲਾ ਸੀ। ਮਾਰਚ ਮੇਰੇ ਖਿਆਲ ਨਾਲ ਅੱਜ ਤੋਂ ਬਾਅਦ ਜਿਵੇਂ ਲੋਕਡਾਊਨ ਆਪਣੇ ਇੰਡੀਆ 'ਚ ਲੱਗਿਆ ਅਤੇ ਲੋਕ ਉਦੋਂ ਦਾ ਇਤਰਾਜ਼ ਕਰਨ ਲੱਗ ਪਏ ਵੀ ਯਾਰ ਅਜੇ 20 ਤਰੀਕ ਨੂੰ ਕਰੋਨਾ ਨਹੀਂ ਸੀ ਅਤੇ 22-23 ਨੂੰ ਕਰੋਨਾ ਆ ਗਿਆ। ਅਤੇ ਹੁਣ ਜਦੋਂ ਲੋਕਡਾਊਨ ਚੱਕਣ ਲੱਗੇ ਜਾਂ ਅਨਲੌਕ ਹੋਣ ਲੱਗਿਆ, ਲੋਕ ਬਾਹਰ ਜਾਣ ਲੱਗੇ, ਤਾਂ ਫਿਰ ਅਚਾਨਕ ਹੀ ਉਸ ਚੀਜ਼ ਦੀ ਚਰਚਾ ਘੱਟ ਗਈ ਅਤੇ ਸ਼ਾਇਦ ਇਹ ਡਰਾਮਾ ਹੀ ਸੀ, ਇਹੋ ਜਿਹਾ ਕੁਛ ਨਹੀਂ। ਮੈਂ ਤਾਂ ਤੁਹਾਨੂੰ ਪੁੱਛਿਆ ਵੀ ਤੁਸੀਂ ਜ਼ਿੰਮੇਵਾਰ ਬੰਦੇ ਹੋ, ਤੁਸੀਂ ਤਾਂ ਖੁਦ ਇਹਦੇ 'ਚੋਂ ਨਿਕਲੇ ਹੋ ਵੀ ਚੀਜ਼ ਹੈਗੀ ਆ। ਇਹ ਤਾਂ ਬਿਲਕੁਲ ਠੀਕ ਹੈ। ਹਾਲਾਂਕਿ ਦੇਖੋ, ਜਦ ਕਰੋਨਾ ਹੈ ਨਹੀਂ ਸੀ ਉਦੋਂ ਲੋਕਾਂ ਵਿੱਚ ਡਰ ਸੀ ਜੀ। ਲੋਕ ਮਤਲਬ ਘਰੇ ਬੈਠੇ ਸੀ, ਪਿੰਡਾਂ 'ਚ ਵੀ ਲੋਕਾਂ ਨੂੰ ਅੰਦਰ ਜਾਣਾ ਬੰਦ ਕਰ ਸੀ, ਕਿਉਂਕਿ ਵਿਸ਼ਵ ਪੱਧਰ 'ਤੇ ਇੱਕ ਬਹੁਤ ਵੱਡਾ ਹਊਆ ਬਣ ਗਿਆ ਸੀ। ਬਿਲਕੁਲ ਸਹੀ। ਪਰ ਹੁਣ ਜਿਵੇਂ ਕਿਸੇ ਨੂੰ ਹੋ ਗਿਆ ਪਰਿਵਾਰ 'ਚ, ਤਾਂ ਫਿਰ ਹੌਲੀ ਹੌਲੀ ਲੋਕਾਂ ਨੂੰ ਰਿਲਾਈਜ਼ ਹੋ ਰਿਹਾ ਵੀ ਇਹਦੇ ਨਾਲ ਸਾਨੂੰ ਆਪਦਾ ਜੀਵਨ ਜਿਹੜਾ ਹੈ ਉਹਨੂੰ ਨਹੀਂ ਰੋਕਣਾ ਚਾਹੀਦਾ। ਸਮਾਂ ਜਿਹੜੇ ਇਹ ਲੋਕਡਾਊਨ ਹੋਏ ਨੇ ਉਹਦੇ ਨਾਲ ਤਾਂ ਨੁਕਸਾਨ ਜ਼ਿਆਦਾ ਹੋਇਆ। ਕਿੰਨੇ ਲੋਕਾਂ ਦੀ ਆਰਥਿਕ ਮੰਦਹਾਲੀ ਵੱਲ ਵੱਧ ਰਿਹਾ ਦੇਸ਼ ਵੀ, ਲੋਕ ਵੀ ਉਸ ਤੋਂ ਉਨੇ ਹੀ ਪਰਿਵਾਰ ਜਿਹੜੇ ਗਰੀਬੀ ਵੱਲ ਵਧੇ ਨੇ, ਧੱਕੇ ਗਏ। ਸੋ ਇਹਦਾ ਮੈਂ ਸਮਝਦਾ ਜਿਹੜੇ ਲੋਕਡਾਊਨ ਹੋਏ ਆ ਕੁਛ, ਇਹਦਾ ਨੁਕਸਾਨ ਬਹੁਤ ਵੱਡਾ ਹੋਇਆ ਆਰਥਿਕਤਾ। ਅੱਛਾ ਢੀਂਡਸਾ ਸਾਹਿਬ, ਹੁਣ ਆਪਾਂ ਪੰਜਾਬ ਵਾਲੇ ਪਾਸੇ ਆਈਏ। ਇਹਦੇ ਤਾਂ ਹੁਣ ਜਿਹੜਾ ਗਾਂ ਇਸ ਵਕਤ ਥਾਂ ਥਾਂ 'ਤੇ ਧਰਨੇ ਪ੍ਰਦਰਸ਼ਨ ਚੱਲਦੇ ਪਏ ਆ। ਜੋ ਕੇਂਦਰ ਸਰਕਾਰ ਨੇ ਇਸ ਕਰੋਨਾ ਦੌਰ ਦੇ ਦੌਰਾਨ ਹੀ, ਲੋਕਡਾਊਨ ਦੇ ਵਿੱਚ ਹੀ ਆਰਡੀਨੈਂਸ ਲਿਆਂਦੇ, ਫਿਰ ਉਹਨਾਂ ਨੂੰ ਬਿੱਲਾਂ ਤੋਂ ਕਾਨੂੰਨ ਬਣਾ ਲਿਆ। ਫਿਰ ਆ ਲੰਘੇ ਚੰਦ ਦਿਨਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਉਹਦੇ 'ਤੇ ਇੱਕ ਡਿਫਰੈਂਟ ਤਰ੍ਹਾਂ ਦਾ ਰੋਲ ਪਲੇਅ ਕੀਤਾ, ਜੇ ਤੋਂ ਲੱਗਦਾ ਵੀ ਅਸੀਂ ਰੱਦ ਕਰਤੇ। ਤੁਸੀਂ ਪਹਿਲਾਂ ਤਾਂ ਉਹ ਕਾਨੂੰਨਾਂ ਨੂੰ ਕਿਵੇਂ ਦੇਖਦੇ ਹੋ ਅਤੇ ਇਹ ਜਿਹੜੇ ਰੱਦ ਕੀਤੇ ਗਏ ਇਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਤਾਂ ਉਹ ਜਿਹੜੇ ਕਾਨੂੰਨ ਨੇ, ਉਹ ਇੱਕ ਗੱਲ ਸਾਫ਼ ਹੈ ਕਿ ਉਹ ਸਪੈਸੀਫਿਕਲੀ ਪੰਜਾਬ ਵੱਲ ਟਾਰਗੇਟ ਕੀਤੇ ਗਏ ਨੇ ਜੀ। ਕਿਉਂਕਿ ਜਿਸ ਤਰ੍ਹਾਂ 'ਚ ਉਹਦੇ ਵਿੱਚ ਪ੍ਰੋਵੀਜ਼ਨਸ ਪਾਈਆਂ ਗਈਆਂ ਵੀ ਮੰਡੀ ਫੀਸ ਜਾਂ ਹੋਰ ਕੋਈ ਫੀ ਤੇ ਲੈਵੀ ਨਹੀਂ ਲੈ ਸਕਦੀ ਸਰਕਾਰ, ਉਹ ਪੰਜਾਬ 'ਚ ਹੀ ਲਈਆਂ ਜਾ ਰਹੀਆਂ। ਬਿਲਕੁਲ ਸਹੀ। ਸੋ ਪੰਜਾਬ ਵੱਲ ਟਾਰਗੇਟਡ ਹੈ। ਇੱਕ ਕਿਉਂਕਿ ਇਹਦੇ ਵਿੱਚ ਪ੍ਰਾਈਵੇਟ ਮੰਡੀਕਰਨ ਦਾ ਹੈ, ਉਹਨੂੰ ਪੁਸ਼ ਕੀਤਾ ਹੈ ਜੀ। ਬਾਕੀ ਦੂਜੇ ਸੂਬਿਆਂ 'ਚ ਤਾਂ ਇਹਦਾ ਕੋਈ ਫਾਇਦਾ ਹੋ ਸਕਦਾ, ਪਰ ਪੰਜਾਬ ਦਾ ਕਿਸਾਨ ਨੂੰ ਇਸ ਚੀਜ਼ ਦਾ ਨੁਕਸਾਨ ਹੈ ਵੀ ਜੇ ਪ੍ਰਾਈਵੇਟਾਈਜੇਸ਼ਨ ਵੱਲ ਅਸੀਂ ਵਧਾਂਗੇ, ਪੁਸ਼ ਕਰਾਂਗੇ ਜੀ, ਤਾਂ ਉਹਦਾ ਸੁਭਾਵਕ ਮਤਲਬ ਇਹੀ ਹੈ ਵੀ ਤੁਸੀਂ ਜਿਹੜਾ ਗਵਰਨਮੈਂਟ ਹੈਗੀ ਉਹ ਹੌਲੀ ਹੌਲੀ ਆਪਦਾ ਪੈਰ ਖਿੱਚੂਗੀ ਇਹਦੇ ਵਿੱਚੋਂ। ਗਵਰਨਮੈਂਟ ਦਾ ਤਾਂ ਇੱਕੋ ਹੀ ਸ਼ੋਰਟੀ ਸੀ ਵੀ ਤੁਹਾਨੂੰ MSP ਮਿਲਦਾ ਸੀ ਜੀ, ਜਿਹਦੇ ਨਾਲ ਕਿਸਾਨ ਸੁਰੱਖਿਅਤ ਸੀ ਵੀ ਘੱਟੋ ਘੱਟ ਸਮਰਥਨ ਮੁੱਲ। ਅਤੇ ਫਿਰ ਤਾਂ ਅਸੀਂ ਪ੍ਰਾਈਵੇਟ
ਉਹਨਾਂ ਦੇ ਜਿਹੜਾ ਹੈ ਸਾਰਾ ਦਾਰੋਮਦਾਰ ਪ੍ਰਾਈਵੇਟ ਜਿਹੜੇ ਕਾਰਪੋਰੇਟਸ ਤੇ ਰਹਿ ਜਾਏਗਾ, ਬਿਲਕੁਲ ਉਹਨਾਂ ਨੇ ਖਰੀਦਣਾ ਹੈ, ਉਹਨਾਂ ਕੋਲ ਹੀ ਸਾਧਨ ਨੇ। ਤੇ ਇਸ ਕਰਕੇ ਇਹ ਬੜੀ ਚਿੰਤਾ ਦਾ ਵਿਸ਼ਾ ਸਾਰਿਆਂ ਵਾਸਤੇ ਹੈ। ਤੇ ਲੋਕਾਂ ਦੀ ਇਸ 'ਚ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਮੈਂ ਸਮਝਦਾ ਨੀਅਤ ਹੈ ਉਹ ਸਾਫ਼ ਝਲਕਦੀ ਹੈ। ਇੱਕ ਤਾਂ ਇਹ ਜਦ ਕਰੋਨਾ ਨਾਲ ਲੜ ਰਹੇ ਹਾਂ ਅਸੀਂ, ਉਦੋਂ ਲਿਆਉਣ ਦੀ ਕੀ ਲੋੜ ਸੀ। ਦੂਜਾ ਆਰਡੀਨੈਂਸ ਬਣਾਉਣ ਦੀ ਕੀ ਲੋੜ ਸੀ। ਆਰਡੀਨੈਂਸ ਤਾਂ ਉਦੋਂ ਬਣਾਏ ਜਾਂਦੇ ਨੇ ਜਦ ਬੜੀਆਂ ਐਕਸਟ੍ਰੀਮ ਐਮਰਜੈਂਸੀ ਹੋਵੇ ਜੀ, ਨਹੀਂ 3 ਮਹੀਨੇ ਉਡੀਕਿਆ ਜਾ ਸਕਦਾ ਸੀ, ਜਦ ਪਾਰਲੀਮੈਂਟ ਆਉਂਦੀ ਉਦੋਂ ਲਿਆਉਂਦੇ ਜੀ। ਸੋ ਇਹ ਸਾਰੀਆਂ ਚੀਜ਼ਾਂ ਦੇ ਲੋਕਾਂ ਦੇ ਮਨ ਵਿੱਚ ਬਹੁਤ ਵੱਡਾ ਸ਼ੰਕੇ ਪੈਦਾ ਕੀਤੇ ਨੇ। ਸ਼ੰਕੇ ਨਹੀਂ ਪੈਦਾ ਕੀਤੇ, ਐਕਚੁਅਲ ਵੀ ਹੈ ਕਿ ਹੌਲੀ ਹੌਲੀ ਸਰਕਾਰ ਜਿਹੜੀ ਹੈ ਉਹ ਜਿਵੇਂ ਇਹਨਾਂ ਦੀ ਪਾਲਿਸੀ ਹੈ ਬੀਜੇਪੀ ਦੀ ਵੀ ਅਸੀਂ ਡਾਇਰੈਕਟ ਸਬਸਿਡੀ ਜਿਹੜੀ ਦੇਣੀ ਹੈ, ਇਹ ਵੀ ਕਿਉਂਕਿ ਆਖਰ ਜੋ PDS 'ਚ ਹੈਗਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ 'ਚ ਜਿਹੜੀ ਸਾਡੀ ਫੂਡ ਸਿਕਿਉਰਿਟੀ ਐਕਟ ਹੈ ਜੀ, ਉਹ 'ਚ ਹੁਣ ਕਣਕ ਤੇ ਚੌਲ ਦਿੱਤੇ ਜਾਂਦੇ ਨੇ ਜੀ। ਸੋ ਮੈਨੂੰ ਇਹ ਲੱਗਦਾ ਵੀ ਸਰਕਾਰ ਦੀ ਮਨਸ਼ਾ ਇਹ ਹੈ ਵੀ ਅਸੀਂ ਡਾਇਰੈਕਟ ਸਬਸਿਡੀ, ਕੈਸ਼ ਸਬਸਿਡੀ ਜਿਹੜੀ ਹੈ PDS ਦੇ ਬਦਲੇ ਲੋਕਾਂ ਨੂੰ ਦੇ ਦਈਏ। ਲੋਕ ਆਪਣੇ ਮਾਰਕੀਟ 'ਚੋਂ ਕਣਕ ਖਰੀਦਣ, ਉਹਨਾਂ ਨੂੰ 25 ਰੁਪਏ ਕਿਲੋ ਜਾਂ 20 ਰੁਪਏ ਕਿਲੋ ਜਿੰਨਾ ਵੀ ਬਣਦਾ ਹੈਗਾ ਉਹਨਾਂ ਨੂੰ ਅਸੀਂ ਸਬਸਿਡੀ ਦੇ ਦਈਏ। ਉਹਦਾ ਕੀ ਪ੍ਰਭਾਵ ਹੋਏਗਾ, ਜਦ ਕੋਈ ਬੰਦਾ ਪ੍ਰਾਈਵੇਟ ਮਾਰਕੀਟ 'ਚੋਂ ਖਰੀਦੇਗਾ ਤਾਂ ਫਿਰ PDS ਦੀ ਤਾਂ ਲੋੜ ਹੀ ਨਹੀਂ ਜੀ, ਫਿਰ ਕੇਂਦਰ ਸਰਕਾਰ ਨੇ ਖਰੀਦਣੀ ਨਹੀਂ, ਉਹਨੂੰ ਲੋੜ ਨਹੀਂ ਖਰੀਦਣ ਦੀ। ਸੋ ਉਹ ਹੌਲੀ ਹੌਲੀ ਉਧਰ ਨੂੰ ਜਿਹੜਾ ਇਹ ਕਦਮ ਵੱਧ ਰਹੇ ਨੇ, ਜਿਹਦੇ ਨਾਲ ਸਭ ਤੋਂ ਵੱਡਾ ਜੇ ਆਰਥਿਕ ਨੁਕਸਾਨ ਹੋਏਗਾ ਪੰਜਾਬ ਦਾ ਹੋਏਗਾ। ਬਿਲਕੁਲ ਜੀ। ਤੇ ਇਹ ਜਿਹੜੇ ਵੱਡਾ ਖਦਸ਼ਾ ਹੈ। ਮੈਂ ਤੁਹਾਨੂੰ ਇਸ ਕਰਕੇ ਵੀ ਪੁੱਛਣਾ ਚਾਹੁੰਦਾ, ਤੁਸੀਂ ਕਿਉਂਕਿ ਪੰਜਾਬ ਦੇ ਖਜ਼ਾਨੇ ਵਾਲੀ ਚਾਬੀ ਵੀ ਤੁਹਾਡੇ ਕੋਲ ਰਹੀ ਹੈ, ਐਂਡ ਤੁਹਾਨੂੰ ਇਹ ਬੜਾ ਕਲੀਅਰ ਕੱਟ ਪਤਾ ਹੋਣਾ ਵੀ ਕਿੰਨੇ ਕੁ ਪੈਸੇ ਇਹ ਸਾਰੀ ਖਰੀਦ 'ਚੋਂ ਆਪਾਂ ਨੂੰ ਆਉਂਦੇ ਹੁੰਦੇ ਸੀ, ਐਂਡ ਉਹਦੇ ਨਾਲ ਆਪਾਂ ਕਿੰਨਾ ਕੁ ਪੰਜਾਬ ਦਾ ਵਿਕਾਸ ਕਰਦੇ ਹਾਂ। ਉਹ ਜਿਹੜਾ ਵੱਡਾ ਘੁਆੜਾ ਇਸ ਵਕਤ ਸ਼ੱਕ ਜ਼ਾਹਰ ਕੀਤਾ ਜਾ ਰਿਹਾ, ਉਹ ਕਿੰਨਾ ਕੁ ਫਰਕ ਪਊਗਾ? ਦੇਖੋ, ਉਹ ਵੇਰੀ ਕਰਦਾ ਸੀ 4000 ਤੋਂ 5000 ਕਰੋੜ, ਜਿਵੇਂ ਜਿਵੇਂ ਰੇਟ ਵੱਧ ਰਹੇ ਹੈ ਕਣਕ ਤੇ ਝੋਨੇ ਦੇ, ਉਵੇਂ ਸਰਕਾਰ ਦੀ ਇਨਕਮ ਵੱਧ ਰਹੀ ਸੀ। ਸੋ ਉਹ ਤਕਰੀਬਨ 4-5000 ਕਰੋੜ ਰੁਪਇਆ ਆਉਂਦਾ ਹੈ ਜੀ, ਜਿਹੜਾ ਸਾਨੂੰ ਪਹਿਲਾਂ ਇਸ ਤੋਂ ਵੀ ਵੱਧ ਆਉਂਦਾ ਸੀ, ਕਿਉਂਕਿ ਪਹਿਲਾਂ ਅਸੀਂ 5% ਸੇਲ ਟੈਕਸ ਵੀ ਲੈਂਦੇ ਸੀ। ਅੱਛਾ ਜੀ। ਉਹ ਹੁਣ GST ਨਾਲ ਉਹ ਤਾਂ ਬੰਦ ਹੋ ਗਿਆ ਜੀ। ਸੋ ਬਾਕੀ ਸਾਨੂੰ ਹੁਣ ਮੰਡੀ ਫੀ, ਰੂਰਲ ਡਿਵੈਲਪਮੈਂਟ ਫੀ, PIDB ਦੀ ਜਿਹੜੀ ਫੀ ਹੈ, ਇਹ 3-4 ਅਸੀਂ ਚਾਰਜਸ ਲੈਂਦੇ ਹਾਂ, ਜਿਹਦੇ 4-5000 ਕਰੋੜ ਜੋ ਪੇਂਡੂ ਇਨਫਰਾਸਟਰਕਚਰ ਹੈ ਸਾਡਾ, ਪਿੰਡਾਂ ਦੇ ਵਿੱਚ ਸੜਕਾਂ ਨੇ, ਮੰਡੀਆਂ ਨੇ, ਉਹਨਾਂ ਦੀ ਮੁਰੰਮਤ, ਉਹਨਾਂ ਦੀ ਅਪਗ੍ਰੇਡੇਸ਼ਨ, ਉਹ ਸਾਰੇ ਸਹੂਲਤਾਂ ਇੱਥੋਂ ਤੱਕ ਕਿ ਪਿੰਡਾਂ ਦੀ ਡਿਵੈਲਪਮੈਂਟ ਤੱਕ ਵੀ ਉਹ ਜੋ ਪੈਸੇ ਦਿੱਤੇ ਜਾਂਦੇ ਨੇ ਜੀ। ਸੋ ਉਹ 'ਤੇ ਵੀ ਅੱਜ ਬੜਾ ਵੱਡਾ ਕੁਐਸਚਨ ਮਾਰਕ ਖੜਾ ਹੋ ਗਿਆ ਵੀ ਕੀ ਇੱਦਾਂ ਅਸੀਂ ਇਸ ਐਕਟ ਦੇ ਵਿੱਚ ਬੜਾ ਕਲੀਅਰਲੀ ਹੈ ਵੀ ਕੋਈ ਵੀ ਸਰਕਾਰ ਉਸ ਤੋਂ ਫੀਸ ਨਹੀਂ ਲੈ ਸਕਦੀ। ਉਹਨਾਂ ਨੇ ਸੂਬਿਆਂ 'ਤੇ ਨਹੀਂ ਛੱਡਿਆ ਜੀ ਜੀ। ਇਹਦਾ ਇੱਕ ਤਰੀਕੇ ਨਾਲ ਸੂਬਿਆਂ ਦੇ ਅਧਿਕਾਰਾਂ 'ਤੇ ਡਾਕਾ ਮਾਰਨ ਵਾਲੀ ਗੱਲ ਹੈ। ਬਿਲਕੁਲ, ਤੁਸੀਂ ਇਹ ਤੈਅ ਕਰ ਰਹੇ ਹੋ ਵੀ ਸੂਬਾ ਕਿਸ ਚੀਜ਼ ਦਾ ਟੈਕਸ ਲੈ ਸਕਦਾ, ਨਹੀਂ ਲੈ ਸਕਦਾ, ਤੇ ਫਿਰ ਸੂਬੇ ਕਾਹਦੇ ਰਹਿ ਗਏ? ਫਿਰ ਤਾਂ ਇੱਕ ਡਿਗਨੀਫਾਈਡ ਮਿਊਨਿਸਪਲ ਕਮੇਟੀਆਂ ਰਹਿ ਗਈਆਂ ਵੀ ਸਾਡੇ ਕੋਲ ਅਧਿਕਾਰ ਹੀ ਕੋਈ ਨਹੀਂ, ਅਸੀਂ ਆਪਦੀ ਮਰਜ਼ੀ ਨਾਲ ਸਾਡੀਆਂ ਫੀ ਵੀ ਨਹੀਂ ਚਾਰਜ ਕਰ ਸਕਦੇ। ਬਿਲਕੁਲ, ਕੇਂਦਰ ਸਰਕਾਰ ਰੋਜ਼ ਨਵੀਂ ਫੀ ਲਾ ਰਹੀ ਹੈ। ਅੱਜ ਉਹਨਾਂ ਨੇ ਇੱਕ ਜਿਹੜਾ 50 ਲੱਖ ਤੋਂ ਉੱਤੇ ਦੀ ਟਰਨਓਵਰ ਵਾਲੇ 'ਤੇ ਇੱਕ ਨਵੀਂ ਚਾਰਜ TCS ਜਿਹੜੀ ਹੈ ਉਹ ਲਗਾਤੀ ਜੀ, ਫੀ ਜਿਹੜਾ ਹੈ ਟੈਕਸ ਲਾਤਾ। ਸੋ ਆਪ ਨਵੇਂ ਟੈਕਸ ਲਾਈ ਜਾਂਦੇ, ਸੂਬਿਆਂ ਦੇ ਅਧਿਕਾਰ ਟੈਕਸ ਲਾਉਣ ਦੇ ਘਟਾਈ ਜਾਂਦੇ ਨੇ। ਉਹ ਸਾਰਾ ਕੁਝ ਆਪਦੇ ਜਿਹੜਾ ਹੈ ਕੋਫਰਸ ਦੇ ਵਿੱਚ ਪੈਸੇ ਲਿਜਾ ਰਹੇ ਨੇ। ਸੂਬਿਆਂ ਦੇ ਕੋਫਰਸ ਜਿਹੜੇ ਨੇ ਜਾਂ ਜਿਹੜੇ ਖਜ਼ਾਨੇ ਨੇ ਉਹ ਖਾਲੀ ਹੋ ਰਹੇ ਨੇ। ਸੋ ਇਹ ਸਿਰਫ ਸਾਰਾ ਸੈਂਟਰਲਾਈਜੇਸ਼ਨ ਇਹ 'ਚ ਦਿਖ ਰਹੀ ਹੈ, ਹੋਰ ਕੁਝ ਨਹੀਂ। ਤਾਂ ਹੀ ਜਿਹੜਾ ਇਹਦਾ ਵਿਰੋਧ ਹੈ ਉਹ ਜੋ ਮਰਜ਼ੀ ਕਹੀ ਜਾਣ, ਕੇਂਦਰ ਸਰਕਾਰ ਜੋ ਮਰਜ਼ੀ ਕਹੀ ਜਾਵੇ, ਪਰ ਉਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਚੰਗੀ ਨਹੀਂ। ਅੱਜ ਪੰਜਾਬ ਦੇ ਵਿੱਚ ਹੈ, ਹੌਲੀ ਹੌਲੀ ਜਦ ਬਾਕੀ ਸੂਬਿਆਂ 'ਚ ਉਹਨਾਂ ਨੂੰ ਜਾਣਕਾਰੀ ਹੋ ਜਾਊ, ਉਹਨਾਂ ਦੇ ਘਾੜਾ ਪਿਆ ਆਪੀ ਉਹ ਵੀ ਸਮਝਣਗੇ। ਅੱਜ ਭਾਵੇਂ ਪੰਜਾਬ ਇਕੱਲਾ ਲੜਾਈ ਲੜ ਰਿਹਾ, ਮੈਨੂੰ ਇਹ ਸਮਝਦਾ ਕੋਈ ਸਮਾਂ ਦੂਰ ਨਹੀਂ, ਜਦ ਦੂਜੇ ਸੂਬਿਆਂ ਦੀ ਵੀ ਵਾਰੀ ਆਏਗੀ ਤਾਂ ਉਹਨਾਂ ਨੂੰ ਵੀ ਇਹ ਪਤਾ ਚੱਲੇਗਾ ਵੀ ਇਹ ਮਨਸ਼ਾ ਸਰਕਾਰ ਦੀ ਕੀ ਹੈ। ਅਤੇ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਛ ਹੋਇਆ, ਹੁਣ ਅਕਾਲੀ ਦਲ ਉਹਦੇ 'ਤੇ ਦੋਸ਼ ਲਾ ਰਿਹਾ ਕਿ ਵੀ ਇਹ ਜੋ ਕੁਛ ਵੀ ਕੀਤਾ ਗਿਆ ਜੀ, ਇਹ ਰਲ ਕੇ ਕੀਤਾ ਗਿਆ, ਇਹਦੇ ਨਾਲ ਫਾਇਦਾ ਕੋਈ ਨਹੀਂ ਹੋਣਾ। ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਹੈ ਵੀ ਇਹਦੇ ਨਾਲ ਜਸਟ ਐਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ, ਕਿਉਂਕਿ ਸੈਂਟਰ ਵਾਲੇ ਲਾਅ ਆਪਾਂ ਇਹ ਤੋਂ ਚੇਂਜ ਕਰ ਨਹੀਂ ਸਕਦੇ, ਨਾ ਆਪਾਂ ਰੱਦ ਹੀ ਕਰ ਸਕਦੇ ਹਾਂ। ਤੁਹਾਡਾ ਇਹਦੇ 'ਤੇ ਕੀ ਸਟੈਂਡ ਹੈ, ਅਤੇ ਜੋ ਕੁਛ ਉਹ ਕੀਤਾ ਗਿਆ ਉਹਦੇ ਨਾਲ ਫਾਇਦਾ ਕਿੰਨਾ ਕੁ ਹੋਊਗਾ ਪੰਜਾਬ ਨੂੰ? ਦੇਖੋ, ਇਮੀਡੀਏਟ ਕੋਈ ਫਾਇਦਾ ਨਹੀਂ ਹੋਣਾ। ਅੱਛਾ ਜੀ। ਪਰ ਇੱਕ ਗੱਲ ਜ਼ਰੂਰ ਹੈ ਵੀ ਸਰਕਾਰ ਨੇ ਵਧੀਆ ਕਦਮ ਚੱਕਿਆ। ਅਸੀਂ ਇੱਕ ਵਾਰ ਜਦ ਸਾਰਿਆਂ ਨੇ ਬੈਠ ਕੇ ਉਸ ਗੱਲ ਦੀ ਹਾਮੀ ਭਰੀ ਹੈ ਵੀ ਯਾਰ ਇਹ ਕਦਮ 'ਚ ਅਸੀਂ ਸਪੋਰਟ ਕਰਦੇ ਹਾਂ। ਕੀ ਹੈ ਇਹਦਾ? ਅਸੀਂ ਕੇਂਦਰ ਕਾਨੂੰਨ ਨੂੰ ਅਮੈਂਡ ਸੂਬੇ ਦੀ ਸਰਕਾਰ ਆਪਦੇ ਸੂਬੇ 'ਚ ਇੰਪਲੀਮੈਂਟ ਕਰਨ ਲਈ ਪ੍ਰੋਵੀਜ਼ਨਸ ਪਾ ਸਕਦੀ ਹੈ।
ਜੀ, ਪਰ ਉਹਦਾ ਰੂਪ ਬਦਲਿਆ ਜਾ ਸਕਦਾ। ਉਹਦੀ ਮਨਜ਼ੂਰੀ ਜਿਹੜੀ ਹੈ ਪਰ ਪ੍ਰੈਜ਼ੀਡੈਂਟ ਨੇ ਦੇਣੀ ਹੈ। ਇੱਕ ਚੀਜ਼ ਇਹਨਾਂ ਨੇ ਕਰਤੀ, ਵੈਸੇ ਜਿਹੜੇ ਬਾਕੀ ਕਲੌਜ਼ ਨੇ ਉਹਨਾਂ ਤੇ ਮੈਨੂੰ ਨਹੀਂ ਲੱਗਦਾ ਕੋਈ ਲੀਗਲੀ ਵੀ ਕੋਈ ਕੁਐਸਚਨ ਮਾਰਕ ਕਰ ਸਕਦਾ। ਇੱਕ ਪੰਜਾਬ ਗਵਰਨਮੈਂਟ ਨੇ ਕਰਤਾ ਵੀ ਉਹ 'ਚ ਓਵਰ ਰਾਈਡਿੰਗ ਕਲੌਜ਼ ਪਾਤਾ ਵੀ ਜਿਹੜੇ ਕੇਂਦਰ ਇਹ ਜਿਹੜਾ ਕੇਂਦਰੀ ਕਾਨੂੰਨ ਹੈ ਇਹਦੇ 'ਚ ਸੂਬੇ ਦੀ ਸਰਕਾਰ ਦੇ ਓਵਰ ਰਾਈਡਿੰਗ ਪਾਵਰਸ ਹੋਣਗੀਆਂ ਜਿਹੜੀਆਂ ਉਹਨਾਂ ਨੇ ਮੰਨਣੀਆਂ ਨਹੀਂ, ਤੇ ਉਹਨਾਂ ਨੇ ਇਹਨੂੰ ਗਰਾਊਂਡ ਬਣਾ ਕੇ ਇਹਨੂੰ ਰਿਜੈਕਟ ਕਰ ਦੇਣਾ ਰਾਸ਼ਟਰਪਤੀ ਨੇ। ਅੱਛਾ ਜੀ। ਪਰ ਇਹਦਾ ਮੈਂ ਇਹ ਸਮਝਦਾ ਇਹਦੀ ਚਾਹੇ ਲੀਗਲ ਕੋਈ ਇਮੀਡੀਏਟ ਸਾਨੂੰ ਕੋਈ ਫਾਇਦਾ ਨਹੀਂ, ਪਰ ਇੱਕ ਮੈਸੇਜ ਹੀ ਹੁੰਦਾ ਸੂਬੇ ਵੱਲੋਂ, ਇੱਕ ਕੇਂਦਰ ਸਰਕਾਰ ਨੂੰ ਮੈਸੇਜ ਦਿੱਤਾ ਵੀ ਅਸੀਂ ਤੁਹਾਡੀ ਧੱਕੇਸ਼ਾਹੀ ਨਹੀਂ ਚੱਲਾਂਗੇ, ਇਹ ਅਸੀਂ ਤੁਹਾਡਾ ਜਿਹੜਾ ਕਾਨੂੰਨ ਹੈ ਇਹਨੂੰ ਸਿੰਬੋਲਿਕਲੀ ਅਸੀਂ ਰਿਜੈਕਟ ਕਰਤਾ ਵੀ ਇਹ ਸਾਡੇ ਸੂਬੇ 'ਚ ਅਸੀਂ ਇੰਪਲੀਮੈਂਟ ਨਹੀਂ ਕਰਾਂਗੇ, ਤੇ ਅਸੀਂ ਲੜਾਈ ਲੜਨ ਨੂੰ ਤਿਆਰ ਹਾਂ। ਜੇ ਰਾਸ਼ਟਰਪਤੀ ਕੋਲ ਨਹੀਂ ਹੋਊਗਾ ਤਾਂ ਅਸੀਂ ਕੌਂਸਟੀਟਿਊਸ਼ਨਲ ਬੈਂਚ ਕੋਲ ਜਾਵਾਂਗੇ ਜਾਂ ਜਿੱਥੇ ਵੀ ਜਾਵਾਂਗੇ, ਸੁਪਰੀਮ ਕੋਰਟ ਕੋਲ ਜਾਵਾਂਗੇ। ਸੋ ਇੱਕ ਲੜਾਈ ਦੀ ਸ਼ੁਰੂਆਤ ਪੰਜਾਬ ਨੇ ਸਿੱਧਾ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹੈ। ਪਰ ਮੈਂ ਇੱਕ ਹੋਰ ਵੀ ਗੱਲ ਕਹੀ ਸੀ ਵਿਧਾਨ ਸਭਾ 'ਚ ਬੋਲਦੇ ਹੋਏ, ਮੈਂ ਕਿਹਾ ਅਸੀਂ ਇਹ ਤੁਹਾਡੇ ਜਿਹੜੇ ਤਿੰਨ ਕਾਨੂੰਨ ਨੇ ਮੈਂ ਇਹਦੇ ਹੱਕ 'ਚ ਹਾਂ, ਪਰ ਇਹਦੇ ਨਾਲ ਇਮੀਡੀਏਟ ਫਾਰਮਰਸ ਨੂੰ ਰਿਲੀਫ ਦੇਣ ਵਾਸਤੇ ਇਹੀ ਪ੍ਰੋਵੀਜ਼ਨਸ ਨਾਲ ਤੁਸੀਂ ਇੱਕ ਸਟੇਟ ਐਕਟ ਬਣਾ ਲਓ। ਇੱਕ ਤਾਂ ਇਹ ਸੈਂਟਰਲ ਐਕਟ ਹੈ, ਸੈਂਟਰਲ ਐਕਟ ਨੂੰ ਅਸੀਂ ਅਮੈਂਡ ਕੀਤਾ ਹੈ ਜੀ। ਉਹ ਸੈਂਟਰ ਐਕਟ ਦੇ ਵਿੱਚ ਜਿਹੜੀ ਪਾਵਰਸ ਨੇ ਉਹ ਲੋਕ ਸਭਾ ਤੇ ਰਾਜ ਸਭਾ ਕੋਲ ਸਾਰੀਆਂ ਓਵਰਰਾਈਡਿੰਗ ਪਾਵਰਸ ਨੇ ਜੀ। ਪਰ ਅਸੀਂ ਸਟੇਟ ਦਾ ਜਿਹੜਾ ਕੋਈ ਐਕਟ ਹੈ, ਪੰਜਾਬ ਦਾ ਐਕਟ ਹੈ, ਜੇ ਅਸੀਂ ਉਹ ਬਣਾਈਏ ਤਾਂ ਉਹਦੇ 'ਚ ਕੇਂਦਰ ਦੀ ਕੋਈ ਦਖਲ ਨਹੀਂ ਹੋ ਸਕਦੀ। ਉਹ ਅਸੀਂ ਇੱਥੋਂ ਗਵਰਨਰ ਤੋਂ ਹੀ ਮਨਜ਼ੂਰ ਕਰਾ ਸਕਦੇ। ਮੈਂ ਇਹ ਕਿਹਾ ਸੀ, ਰਿਕਾਰਡ ਤੇ ਵੀ ਹੈ ਅਸੈਂਬਲੀ ਦੇ, ਵੀ ਤੁਸੀਂ ਨਵਾਂ ਐਕਟ ਵੀ ਲਿਆਓ ਇੱਕ ਪੰਜਾਬ ਦਾ, ਪੰਜਾਬ ਫਾਰਮਰ ਇਨਕਮ ਇੰਸ਼ੋਰੈਂਸ ਐਕਟ ਕੋਈ ਰੱਖ ਕੇ, ਜਿਹਦੇ ਨਾਲ ਇਹ ਨਿਸ਼ਚਿਤ ਕਰੋ ਵੀ ਪੰਜਾਬ 'ਚ ਕੋਈ ਵੀ MSP ਦੇ ਭਾਅ ਤੋਂ ਘੱਟ ਕੋਈ ਨਹੀਂ ਖਰੀਦ ਸਕਦਾ। ਜਿਹੜਾ MSP ਨਿਸ਼ਚਿਤ ਕੀਤਾ ਗਿਆ ਹੈ, ਅਸੀਂ ਜਿਹੜਾ ਕੋਈ ਉਸ ਤੋਂ ਘੱਟ ਖਰੀਦੂਗਾ ਉਹਨੂੰ ਅਸੀਂ ਪ੍ਰੋਵੀਜ਼ਨ ਪਾਓ ਵੀ ਸਜ਼ਾ ਦਿੱਤੀ ਜਾ ਸਕਦੀ, ਜਿਵੇਂ ਅਸੀਂ ਸੈਂਟਰਲ ਐਕਟ 'ਚ ਕੀਤੀ ਹੈ ਅਮੈਂਡਮੈਂਟ, ਉਸੇ ਤਰ੍ਹਾਂ ਸਟੇਟ ਐਕਟ 'ਚ ਇਹ ਸਪੈਸ਼ਲ ਪ੍ਰੋਵੀਜ਼ਨ ਰੱਖੋ ਵੀ ਸਜ਼ਾ ਵੀ ਦੇ ਸਕਦੇ ਹਾਂ, ਤੇ ਸਟੇਟ ਦਾ ਐਨੀਵੇ ਓਵਰਰਾਈਡਿੰਗ। ਐਂਡ ਜਿਹੜੇ ਕੇਂਦਰ ਦਾ ਮੌਜੂਦਾ ਐਕਟ ਹੈ ਉਹਦੇ ਵਿੱਚ ਕੋਈ ਉਹ ਬੰਦਸ਼ ਨਹੀਂ ਲਾਉਂਦਾ, ਕੋਈ ਉਹਦੇ 'ਚ ਪ੍ਰੋਹਿਬਿਟ ਨਹੀਂ ਕਰਦਾ ਸੂਬਿਆਂ ਨੂੰ ਵੀ ਉਹ ਆਪਦਾ ਕੋਈ ਐਕਟ ਲਿਆਉਣ ਜਾਂ ਉਹ MSP ਇਨਸ਼ੋਰ ਨਹੀਂ ਕਰ ਸਕਦੇ, ਇਹ ਕੋਈ ਪ੍ਰੋਵੀਜ਼ਨ ਨਹੀਂ ਹੈ। ਸੋ ਇਹਦੇ ਨਾਲ ਇਮੀਡੀਏਟਲੀ ਫਾਰਮਰਸ ਨੂੰ ਜੇ ਅਸੀਂ ਰਿਲੀਫ ਦੇਣੀ ਹੈ ਤਾਂ ਸਾਨੂੰ ਪੰਜਾਬ ਨੂੰ ਇੱਕ ਸੈਪਰੇਟ ਐਕਟ ਲਿਆਉਣਾ ਚਾਹੀਦਾ ਹੈਗਾ। ਇਹ ਮੈਂ ਉੱਥੇ ਮੰਗ ਰੱਖੀ ਸੀ, ਪਰ ਕਿਉਂਕਿ ਉਦੋਂ ਸਾਰਿਆਂ ਦਾ ਧਿਆਨ ਇਹੀ ਸੀ ਵੀ ਅਸੀਂ ਇਹ ਐਕਟ ਫਟਾਫਟ ਪਾਸ ਕਰੀਏ, ਉਹਨਾਂ ਨੇ ਨਾ ਮੇਰਾ ਜਵਾਬ ਦਿੱਤਾ, ਨਾ ਹੀ ਕੋਈ ਜਿਹੜਾ ਉਹਨਾਂ ਦਾ ਹਾਂ ਪੱਖੀ ਉਹ ਸੀਗਾ। ਕਿਤੇ ਨਾ ਕਿਤੇ ਕੇਂਦਰ ਪੰਜਾਬ ਸਰਕਾਰ ਵੀ ਇਹਦੇ ਵਿੱਚੋਂ ਮਾਈਲੇਜ ਤਾਂ ਲੈਣਾ ਚਾਹੁੰਦੀ ਸੀ। ਇੱਕ ਢਿੰਡ ਸਾਹਿਬ ਇੱਕ ਚੀਜ਼, ਕਿਉਂਕਿ ਹੁਣ ਜਦੋਂ ਨਾ ਦੇਖੋ ਕਾਰਨ ਹੈ ਵੀ ਪ੍ਰਾਈਮ ਏਸ਼ੀਆ TV ਨੂੰ ਸੁਣਨ ਦੇਖਣ ਵਾਲੇ ਬਹੁਤ ਦੇਸੀ ਬੰਦੇ ਆ। ਹੁਣ ਜਦੋਂ ਤੁਸੀਂ ਆਹ ਗੱਲ ਕਹੀ, ਮੈਨੂੰ ਸਮਝ ਆ ਗਈ ਵੀ ਤੁਸੀਂ ਕਿਹੜੇ ਪੁਆਇੰਟ ਆਫ ਵਿਊ ਤੋਂ ਕਹਿ ਰਹੇ, ਪਰ ਮੈਂ ਚਾਹੁੰਦਾ ਆਪਾਂ ਥੋੜ੍ਹੀ ਜਿਹੀ ਐਕਸਪਲੇਨ ਕਰ ਦਈਏ ਵੀ ਹੁਣ ਜਿਹੜੀ ਇਹ ਪ੍ਰੋਵੀਜ਼ਨ ਕੀਤੀ ਗਈ ਹੈ ਵੀ MSP ਤੋਂ ਘੱਟ ਕਿਸੇ ਨੇ ਖਰੀਦਣਾ ਨਹੀਂ, ਤੇ ਆਪਾਂ ਨੂੰ ਸਜ਼ਾ ਵੀ ਦੇਵਾਂਗੇ। ਕੋਈ ਕਹਿੰਦਾ ਵੀ ਘੱਟੋ ਘੱਟ 3 ਸਾਲ ਆ, ਕੋਈ ਕਹਿੰਦੇ ਵੀ 3 ਸਾਲ ਤੱਕ ਦੀ ਸਜ਼ਾ, ਚਲੋ ਜਿਵੇਂ ਵੀ ਹੈ। ਹੁਣ ਉਹ ਜਿਹੜੀ ਅਮੈਂਡਮੈਂਟ ਹੋਈ ਆ ਉਹ ਸੈਂਟਰ ਵਾਲੇ ਐਕਟ ਦੇ ਵਿੱਚ ਹੋਈ ਆ, ਤੇ ਤੁਸੀਂ ਚਾਹੁੰਦੇ ਸੀ ਕਿ ਵੀ ਇੱਕ ਸੈਪਰੇਟ ਐਕਟ ਉਸੇ ਚੀਜ਼ ਤੇ ਜਿਸ ਪੰਜਾਬ ਦਾ ਐਕਟ, ਇਹੀ ਗੱਲ ਹੋਵੇ। ਹਾਂ, ਦੇਖੋ ਦੋ ਤਰ੍ਹਾਂ ਦੇ ਐਕਟ ਹੁੰਦੇ ਨੇ। ਇੱਕ ਹੁੰਦਾ ਸੈਂਟਰ ਐਕਟ, ਜਿਹੜੀ ਲੋਕ ਸਭਾ ਤੇ ਰਾਜ ਸਭਾ ਨੇ ਪਾਸ ਕੀਤਾ ਜੀ। ਉਹ ਸੈਂਟਰ ਐਕਟ ਜਿਹੜਾ ਹੈ ਉਹਨੂੰ ਅਸੀਂ ਅਮੈਂਡ ਕਰਤਾ। ਉਹ ਕੱਲ ਨੂੰ ਉਹਨੂੰ ਮਨਜ਼ੂਰੀ ਮਿਲੇ ਨਾ ਮਿਲੇ 100 ਚ ਹੋਣੇ ਨੇ, ਕੁੰਡੀਆਂ ਹੋ ਸਕਦੀਆਂ, ਉੱਥੇ ਜਾਣਾ ਅਸੀਂ ਲੜਾਈ ਲੈਣੀ ਜੀ। ਪਰ ਜਿਹੜੇ ਪੰਜਾਬ ਗਵਰਨਮੈਂਟ ਆਪਦੇ ਸੂਬਿਆਂ ਵਾਸਤੇ ਅੱਡ ਕਾਨੂੰਨ ਬਣਾਉਂਦੀ ਹੈ ਜੀ, ਉਹ ਇੱਕ ਨਵਾਂ ਕਾਨੂੰਨ ਅਸੀਂ ਅੱਡ ਵੀ ਬਣਾ ਸਕਦੇ ਹਾਂ, ਜਿਹੜਾ ਪੰਜਾਬ ਦੇ ਵਿੱਚ ਐਕਟ ਹੋਏਗਾ, ਪੰਜਾਬ 'ਚ ਹੀ ਲਾਗੂ ਹੋਏਗਾ, ਤੇ ਉਹਦਾ ਉਸ ਸੈਂਟਰਲ ਐਕਟ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਸੋ ਉਹ ਐਕਟ ਅਸੀਂ ਲੈ ਕੇ ਆਈਏ, ਉਹਦੇ ਵਿੱਚ ਇਹ ਪ੍ਰੋਵੀਜ਼ਨਸ ਪਾ ਦਈਏ, ਤੇ ਉਹਦੇ 'ਚ ਕੋਈ ਬੰਦਿਸ਼ ਵੀ ਨਹੀਂ। ਕੋਈ ਸੈਂਟਰਲ ਐਕਟ ਦੇ ਵਿੱਚ ਐਸੀ ਕੋਈ ਓਵਰਰਾਈਡਿੰਗ ਨਹੀਂ ਹੈ ਵੀ ਤੁਸੀਂ MSP ਇਨਸ਼ੋਰ ਸੂਬਾ ਨਹੀਂ ਕਰ ਸਕਦਾ, ਕਿਉਂਕਿ MSP ਖੁਦ ਕੇਂਦਰ ਅਨਾਊਂਸ ਕਰਦੀ ਹੈ। ਉਹ ਕਿਵੇਂ ਕਹਿ ਸਕਦੀ ਹੈ ਵੀ MSP ਤੋਂ ਤੁਸੀਂ ਘੱਟ ਖਰੀਦਣ ਤੇ ਬੰਦਿਸ਼ ਨਹੀਂ ਲਾ ਸਕਦੇ? ਬਿਲਕੁਲ ਸਹੀ, ਉਹ ਤਾਂ ਸੂਬੇ ਦੇ ਅਧਿਕਾਰ ਨੇ। ਸੋ ਇਹ ਸੀਗਾ ਵੀ ਦੋਨੇ ਸੈਂਟਰਲ ਐਕਟ ਨੂੰ ਤੁਸੀਂ ਰਿਜੈਕਟ ਕਰਕੇ ਭੇਜਤਾ, ਉਹ 'ਚ ਅਮੈਂਡ ਕਰਕੇ ਬੇਸਿਕਲੀ ਰਿਜੈਕਟ ਹੀ ਕੀਤਾ ਸੀ ਉਹਨੂੰ ਜੀ। ਇੱਕ ਜਿਹੜੀ ਹੈ ਵਰਡ ਅਮੈਂਡਮੈਂਟ ਯੂਜ਼ ਹੁੰਦੀ ਹੈ, ਪਰ ਅਸੀਂ ਜਿਹੜਾ ਇੱਕ ਤਰੀਕੇ ਨਾਲ ਉਹ ਰੱਦ ਕਰਕੇ ਭੇਜਤਾ ਜੀ, ਇਹ ਸਾਨੂੰ ਤੁਹਾਡਾ ਐਕਟ ਨਹੀਂ ਮਨਜ਼ੂਰ। ਉਹਦੇ ਨਾਲ ਪੰਜਾਬ ਦਾ ਇੱਕ ਸੈਪਰੇਟ ਐਕਟ ਲੈ ਕੇ ਆਵੇ ਸਰਕਾਰ, ਤੇ ਉਹਦੇ ਵਿੱਚ ਇਹ ਰੱਖੇ ਉਹੀ ਪ੍ਰੋਵੀਜ਼ਨ, ਇਮੀਡੀਏਟ ਫਾਰਮਰ ਨੂੰ ਰਿਲੀਫ ਮਿਲ ਜੂਗੀ, ਕੋਈ ਪੰਜਾਬ 'ਚ ਘੱਟ ਰੇਟ ਤੇ ਖਰੀਦ ਹੀ ਨਹੀਂ ਸਕਦਾ। ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਇਆ ਸੀ, ਸੁਣਿਆ ਕਿ ਉਹਨਾਂ ਨੇ ਮੇਰਾ ਖਿਆਲ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਂਦਾ ਸੀ ਉੱਥੇ, ਕਿ ਵੀ ਤੁਸੀਂ ਪੂਰੇ ਪੰਜਾਬ ਨੂੰ ਮੰਡੀ ਐਲਾਨ ਦਿਓ। ਉਸ ਤੋਂ ਬਾਅਦ ਉਸ ਚੀਜ਼ 'ਤੇ ਉਹਨਾਂ ਨੇ ਇਤਰਾਜ਼ ਵੀ ਕੀਤਾ। ਮੇਰੇ ਖਿਆਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਇਹ ਕਹਿ ਚੁੱਕਿਆ ਵੀ ਜਿੱਦਣ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ ਨੂੰ ਮੰਡੀ ਐਲਾਨ ਦਿਆਂਗੇ। ਉਹ ਜਿਹੜਾ ਉਹਨਾਂ ਦਾ ਕਹਿ ਲਓ ਕਿ ਵੀ ਆਈਡੀਆ ਹੈ,
ਉਹਦੇ ਨਾਲ ਕਿੰਨਾ ਕੁ ਬੈਨੀਫਿਟ ਹੋ ਸਕਦਾ ਸੀ ਜੇ ਹੁੰਦਾ ਤੇ? ਮੈਨੂੰ ਤਾਂ ਉਹ ਪ੍ਰੈਕਟੀਕਲ ਲੱਗਦਾ ਨਹੀਂ। ਹੂੰ। ਇਸ ਕਰਕੇ ਨਹੀਂ ਵੀ ਚਲੋ ਮੈਂ ਉਹਨਾਂ ਨੂੰ ਅੱਡ ਹੋਇਆ, ਬਟ ਇਟ ਇਜ਼ ਬੇਸਿਕ ਜਿਹੜੀਆਂ ਗੱਲਾਂ ਤੁਸੀਂ ਦੇਖੋ, ਪੰਜਾਬ ਸਾਰੀ ਨੂੰ ਤੁਸੀਂ ਮੰਡੀ ਲਾਉਣ ਦਾ ਮਤਲਬ ਹੈ ਵੀ ਤੁਸੀਂ ਲੋਕਾਂ ਦੇ ਘਰਾਂ ਨੂੰ ਵੀ, ਲੋਕਾਂ ਦੇ ਖੇਤਾਂ ਨੂੰ ਵੀ ਤੁਸੀਂ ਮੰਡੀ ਲਾਉਣ ਤਾਂ ਉਹ ਮੰਡੀ ਦਾ ਮਾਲਕ ਕੌਣ ਹੈ? ਪਹਿਲੀ ਗੱਲ ਦੈਟ ਮੀਨਸ ਇਹ ਗਵਰਨਮੈਂਟ ਮੰਡੀ ਲਾਣ ਰਹੇ ਹੈ। ਗਵਰਨਮੈਂਟ ਮੰਡੀ ਤੁਸੀਂ ਨਹੀਂ ਲਾ ਸਕਦੇ ਜਦ ਤੱਕ ਤੁਹਾਡੀ ਉਹ ਤੁਸੀਂ ਉਸ ਚੀਜ਼ ਦੇ ਮਾਲਕ ਨਹੀਂ। ਕੱਲ ਨੂੰ ਇੱਕ ਬੰਦਾ ਵੀ ਕੋਰਟ ਚਲੇ ਗਿਆ, ਤੁਸੀਂ ਕੋਰਟ ਸਟੈਂਡ ਹੀ ਨਹੀਂ ਕਰ ਸਕਦੀ ਸਰਕਾਰ ਵੀ ਤੁਸੀਂ ਕਿਸੇ ਦੀ ਜਾਇਦਾਦ ਨੂੰ, ਕੱਲ ਨੂੰ ਤਾਂ ਸਾਰੀ ਸਰਕਾਰ ਕਹੂ ਜੀ ਵੀ ਅਸੀਂ ਇਹਨੂੰ ਸੜਕ ਲਾਣ ਤਾਂ ਤੇ ਜ਼ਮੀਨ ਸਾਡੀ ਹੋ ਗਈ। ਗਵਰਨਮੈਂਟ ਨੂੰ ਜਿਹੜੀ ਹੈ ਐਕੁਜ਼ੀਸ਼ਨ ਕਰਨੀ ਪੈਂਦੀ ਹੈ, ਫੇਰ ਹੀ ਉਹ ਆਪਦੀ ਮਾਲਕੀਅਤ ਉਹਨੂੰ ਕਰ ਸਕਦੀ ਹੈ। ਬਿਲਕੁਲ। ਜੇ ਤੁਸੀਂ ਚਲੋ ਇਹ ਕਹਿੰਦਾ ਵੀ ਅਸੀਂ ਜੀ ਸਰਕਾਰੀ ਮੰਡੀ ਨਹੀਂ ਪ੍ਰਾਈਵੇਟ ਕਰਤੀ, ਵੀ ਮੰਡੀ ਐਲਾਨ ਕਰਤੀ, ਉਹ ਤਾਂ ਫਿਰ ਉਹੀ ਤਾਂ ਕੇਂਦਰ ਕਰ ਰਹੀ ਹੈ ਵੀ ਜਿੱਥੇ ਮਰਜ਼ੀ ਪ੍ਰਾਈਵੇਟ ਮੰਡੀ ਬਣਾਓ। ਫਿਰ ਤਾਂ ਜਿਹਦੀ ਜ਼ਮੀਨ ਅਗਲਾ ਕਹੂਗਾ ਜੀ ਇਹ ਮੇਰੀ ਮੰਡੀ ਹੈ, ਸਰਕਾਰ ਨੇ ਤਾਂ ਉਹਨੂੰ ਮਨਜ਼ੂਰੀ ਦਿੱਤੀ ਤੇ ਅਸੀਂ ਤਾਂ ਖਰੀਦਣੀ ਸ਼ੁਰੂ ਕਰ ਦਈਏ, ਫਿਰ ਤਾਂ ਤੁਸੀਂ ਉਹਨਾਂ ਦੇ ਹੱਥ 'ਚ ਖੇਡ ਰਹੇ ਹੋ। ਸੋ ਸਰਕਾਰੀ ਮੰਡੀ ਤੁਸੀਂ ਸਰਕਾਰ ਉਸ ਜ਼ਮੀਨ ਨੂੰ ਅਕਵਾਇਰ ਕਰਕੇ ਜਦ ਤੱਕ ਸਰਕਾਰ ਦੀ ਓਨਰਸ਼ਿਪ ਨਹੀਂ ਹੈ ਤੁਸੀਂ ਉਹਦੀ ਕਿਵੇਂ ਤੁਸੀਂ ਇਹਨੂੰ ਡਿਕਲੇਅਰ ਕਰ ਸਕਦੇ ਹੋ? ਇਹ ਬੜੀ ਇਨਪ੍ਰੈਕਟੀਕਲ ਹੈ ਤੇ ਇਹ ਜਿਹੜੀਆਂ ਫੰਡਾਮੈਂਟਲ ਰਾਈਟਸ ਨੇ ਲੋਕਾਂ ਦੇ ਉਹਨਾਂ ਨੂੰ ਵਾਇਲੇਟ ਕਰਦੀ ਹੈ। ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਇਹ ਤੁਸੀਂ ਸਟੈਂਡ ਹੀ ਨਹੀਂ ਕਰ ਸਕਦੇ ਵੀ ਤੁਸੀਂ ਸਾਰੇ ਪੰਜਾਬ ਨੂੰ ਮੰਡੀ ਕਰਤਾ, ਇੱਕ ਵੀ ਬੰਦਾ ਕੋਰਟ ਚਲੇ ਗਿਆ ਵੀ ਮੇਰੀ ਜ਼ਮੀਨ ਨੂੰ ਤੁਸੀਂ ਕਿਵੇਂ ਮੰਡੀ, ਮੈਂ ਨਹੀਂ ਮੇਰੀ ਮਨਜ਼ੂਰੀ ਤੋਂ ਬਿਨਾਂ ਨਹੀਂ ਕਰ ਸਕਦੇ। ਸੋ ਇਹ ਬੜੀ ਇਨਪ੍ਰੈਕਟੀਕਲ ਜੀ ਗੱਲ ਹੈ। ਮੈਂ ਨਹੀਂ ਸਮਝਦਾ ਇਹ ਕੋਈ ਹੈ। ਸਾਨੂੰ ਹੋਰ ਬਥੇਰੇ ਚੀਜ਼ ਨੇ। ਰੈਵਨਿਊ ਐਕਟ ਹੈ ਸਾਡਾ ਜਿਹੜਾ ਸਿਰਫ ਰੈਵਨਿਊ ਸਟੇਟ ਸਬਜੈਕਟ ਹੈ, ਉਹਦੇ ਵਿੱਚ ਅਸੀਂ ਅਮੈਂਡਮੈਂਟਸ ਰਾਏ ਕਰਕੇ ਜਿਹੜੇ ਸਾਡੇ ਚੰਗੇ ਲੀਗਲ ਲਿਊਮਿਨਰੀਜ਼ ਨੇ ਉਹਨਾਂ ਨਾਲ ਰਾਏ ਕਰਕੇ ਅਸੀਂ ਰੈਵਨਿਊ ਐਕਟ ਦੇ ਵਿੱਚ ਪ੍ਰੋਵੀਜ਼ਨਸ ਕੁਝ ਪਾ ਸਕਦੇ ਹਾਂ ਜਿਹਦੇ ਨਾਲ, ਕਿਉਂਕਿ ਰੈਵਨਿਊ ਤੇ ਐਗਰੀਕਲਚਰ ਇੰਟਰ ਰਿਲੇਟਡ ਨੇ ਜੀ, ਜ਼ਮੀਨ ਤੇ ਖੇਤੀਬਾੜੀ। ਸੋ ਉਹਦੇ ਵਿੱਚ ਵੀ ਮੈਂ ਕਿਹਾ ਸੀ ਵੀ ਕੋਈ ਅਸੀਂ ਅਮੈਂਡਮੈਂਟਸ ਰੈਵਨਿਊ ਐਕਟ ਦੇ ਵਿੱਚ ਪੰਜਾਬ 'ਚ ਕਰਕੇ ਜੇ ਅਸੀਂ ਕਰ ਸਕਦੇ ਹਾਂ ਉਹ ਵੀ ਵਿਚਾਰਿਆ ਜਾਵੇ ਸਰਕਾਰ ਦਾ। ਸੋ ਇਸ ਤਰੀਕੇ ਨਾਲ ਮੈਂ ਸਮਝਦਾ ਹੋ ਸਕਦਾ। ਜਿਹੜਾ ਅੰਦਰ ਉਧਰ ਮਾਹੌਲ ਸੀ ਵਿਧਾਨ ਸਭਾ ਦੇ, ਉਹ ਕਿਹੋ ਜਿਹਾ ਸੀਗਾ ਓਵਰਆਲ? ਕਿਉਂਕਿ ਜਿੱਦਾਂ ਹੁਣ ਤੁਸੀਂ ਵੀ ਕਿਹਾ ਕਿ ਵੀ ਉਹ ਕਾਂਗਰਸ ਨੇ ਉਹਦੇ ਵਿੱਚੋਂ ਪੋਲੀਟੀਕਲ ਮਾਈਲੇਜ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਬਾਕੀ ਪੋਲੀਟੀਕਲ ਪਾਰਟੀਆਂ ਹੁਣ ਇਤਰਾਜ਼ ਇਸ ਚੀਜ਼ 'ਤੇ ਕੀਤਾ ਜਾਂਦਾ ਵੀ ਯਾਰ ਫਿਰ ਉਦੋਂ ਹਾਂ 'ਚ ਹਾਂ ਕਿਉਂ ਮਿਲਾਤੀ ਸੀ, ਜੇ ਬਾਹਰ ਆ ਕੇ ਰੌਲਾ ਹੀ ਪਾਉਣਾ। ਤੁਸੀਂ ਐਨਾਲਿਸਿਸ ਕਿਵੇਂ ਕੀਤਾ ਅੰਦਰਲੇ ਮਾਹੌਲ ਚੱਲਦਾ ਵੀ ਕੀ ਚੱਲਦਾ ਅੰਦਰ? ਇਹ ਤਾਂ ਨੈਚੁਰਲੀ ਸੀ ਵੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਪੀਚ ਸੀ, ਬੜੀ ਪੋਲੀਟੀਕਲ ਸਪੀਚ ਸੀ। ਉਹ ਇੱਕ ਆਪਦੇ ਆਪ ਨੂੰ ਕਿਸਾਨਾਂ ਦਾ ਰਾਖਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਹੜਾ ਐਕਚੁਅਲੀ ਨਹੀਂ ਹੈ ਜੀ। ਤੇ ਇਹ ਉਸ ਗੱਲ ਤੇ ਜਿਹੜਾ ਉਦੋਂ ਬੜਾ ਸੋਲਮ ਓਕੇਜ਼ਨ ਸੀ ਉਹ, ਤੇ ਸਾਰਿਆਂ ਨੇ ਹਮਾਇਤ ਕੀਤੀ ਤੇ ਹਮਾਇਤ ਕਰਨੀ ਵੀ ਬਣਦੀ ਸੀ ਕਿਉਂਕਿ ਐਕਟ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਜੇ ਉਹ ਕਹਿਣ ਵੀ ਇਹਦਾ ਜੀ ਐ ਵਾਸ਼ ਕਰਤਾ, ਅਸੀਂ ਤਾਂ ਸੂਬੇ ਦੀ ਸਰਕਾਰ ਕੋਲ ਜੇ ਅਧਿਕਾਰ ਨਹੀਂ ਤਾਂ ਉਹ ਘੱਟੋ ਘੱਟ ਮੈਸੇਜ ਤਾਂ ਕੇਂਦਰ ਸਰਕਾਰ ਨੂੰ ਭੇਜ ਸਕਦੀ ਹੈ ਨਾ। ਬਿਲਕੁਲ ਆਪਦੇ ਇੱਕ ਕਲੀਅਰ ਕੱਟ। ਸੋ ਠੀਕ ਸੀਗਾ ਜੇ ਨਾਲ ਇੱਕ ਦੋ ਹੋਰ ਚੀਜ਼ਾਂ ਕਰ ਲੈਂਦੀ ਜਿਵੇਂ ਮੈਂ ਸੁਝਾਅ ਦਿੱਤਾ ਤਾਂ ਮੈਂ ਸਮਝਦਾ ਹੋਰ ਫਾਇਦਾ ਹੋ ਜਾਂਦਾ। ਪਰ ਜਿਹੜੀ ਉੱਥੇ ਸਪੋਰਟ ਕਰਕੇ ਬਾਹਰ ਆ ਕੇ ਉਸੇ ਚੀਜ਼ ਨੂੰ ਨਿੰਦਣਾ ਵੀ ਇਹ ਤਾਂ ਐਕਟ ਦਾ ਕੋਈ ਉਹ ਨਹੀਂ, ਉਹ ਮੈਂ ਠੀਕ ਨਹੀਂ ਸਮਝਦਾ। ਤੇ ਆਖਰ ਇਹ ਤਾਂ ਫਿਰ ਕੇਂਦਰ ਨੂੰ ਵੀ ਲੱਗਣ ਲੱਗ ਪਿਆ ਵੀ ਇਹ ਤਾਂ ਆਪਸ 'ਚ ਫਟ ਗਏ। ਉਹ ਤਾਂ ਕਹੀ ਜਾਂਦੇ ਨੇ, ਮੋਦੀ ਸਾਹਿਬ ਦਾ ਬਿਆਨ ਤਾਂ ਇਹੀ ਆ ਵੀ ਸਿਆਸਤ ਹੁੰਦੀ ਪਈ ਹੈ ਤੁਹਾਡੇ ਨਾਲੋਂ ਤਾਂ ਕਿਸਾਨ ਯੂਨੀਅਨ ਕਈ ਗੁਣਾ ਬੈਟਰ ਨੇ, ਜਿਹੜੀਆਂ ਨੇ ਆਪਸੀ ਭਾਵੇਂ ਮਤਭੇਦ ਉਹਨਾਂ ਦੇ ਮੁੱਦਿਆਂ ਤੇ ਹੋ ਸਕਦੇ ਆ, ਉਹਨਾਂ ਵਿਚਾਰਧਾਰਾ ਅੱਡ ਹੋ ਸਕਦੀ ਹੈ, ਪਰ ਉਹ ਸਾਰੇ ਇਕੱਠੇ ਨੇ। ਮਤਲਬ ਬੜੀ ਵੱਡੀ ਮੈਂ ਸਮਝਦਾ ਗੱਲ ਸਾਡੇ ਵਾਸਤੇ ਮਾਣ ਦੀ ਹੈ ਵੀ ਕਿਸਾਨ ਯੂਨੀਅਨ ਨੇ ਜਿਸ ਤਰੀਕੇ ਨਾਲ ਇਸ ਸਾਰੇ ਸੰਘਰਸ਼ ਨੂੰ ਲੀਡ ਕੀਤਾ ਹੈ, ਉਹ ਤਾਂ ਇੱਕ ਐਗਜ਼ਾਮਪਲ ਹੈ, ਉਦਾਹਰਣ ਹੈ ਸਾਡੇ ਵਾਸਤੇ, ਪੋਲੀਟੀਕਲ ਪਾਰਟੀਆਂ ਵਾਸਤੇ। ਅਸੀਂ ਤਾਂ ਅੱਧਾ ਦਿਨ ਵੀ ਨਹੀਂ ਇਕੱਠੇ ਰਹਿ ਸਕੇ, ਅੰਦਰ ਇਕੱਠੇ ਹੋ ਕੇ ਬਾਹਰ ਆ ਕੇ ਬਾਹਰ ਫਿਰ ਰੌਲਾ ਪਾ ਲਿਆ, ਗਵਰਨਰ ਕੋਲ ਇਕੱਠੇ ਗਏ। ਸੋ ਇਹ ਇੱਕ ਚੰਗਾ ਮੈਸੇਜ ਨਹੀਂ ਗਿਆ ਜਿਹੜਾ ਬਾਹਰ ਆ ਕੇ ਨੁਕਤਾਚੀਨੀ ਕੀਤੀ ਹੈ। ਤੁਸੀਂ ਜੇ ਸਪੋਰਟ ਕੀਤੀ ਹੈ ਤਾਂ ਫਿਰ ਅਨਕੰਡੀਸ਼ਨਲ ਸਪੋਰਟ ਦਿਓ, ਸੁਝਾਅ ਹੋਰ ਦਿਓ ਵੀ ਹਾਂ ਜੀ ਆਹ ਵੀ ਹੋਣਾ ਚਾਹੀਦਾ, ਜਿਵੇਂ ਅਸੀਂ ਕਹਿੰਦੇ ਵੀ ਆਹ ਚੀਜ਼ ਵੀ ਤੁਸੀਂ ਨਾਲ ਕਰ ਲਓ ਤਾਂ ਬੈਟਰ ਹੋਏਗਾ। ਉਸ ਤਰ੍ਹਾਂ ਜਿਹੜੇ ਸੁਝਾਅ ਨੇ ਤੁਸੀਂ ਦਿਓ ਸਰਕਾਰ ਨੂੰ। ਬਿਲਕੁਲ ਸਹੀ। ਅੱਛਾ, ਇਹ ਸਾਰੇ ਕੁਛ ਥੋੜ੍ਹਾ ਜਿਹਾ ਆਪਾਂ ਰਾਜਨੀਤੀ ਦੀ ਗੱਲ ਵੀ ਕਰ ਲਈਏ। ਉਦੋਂ ਤੁਹਾਡੀ ਗੱਡੀ 'ਚ ਸੁਖਪਾਲ ਖਹਿਰਾ ਸਾਹਿਬ ਨੂੰ ਵੇਖ ਕੇ ਲੋਕ ਬੜੇ ਹੈਰਾਨ ਹੋਏ, ਕਿਵੇਂ ਜਰਾਨਾ ਪਾ ਲਿਆ ਜੀ? ਦੇਖੋ ਮੈਂ ਸਾਰੇ ਪੋਲੀਟੀਕਲ ਲੀਡਰਾਂ ਨੂੰ ਮਿਲਦਾ ਵੀ ਰਹਿਣਾ, ਪਰ ਉਸ ਦਿਨ ਇਹ ਕੋਈ ਜਿਹੜੀ ਹੈ ਜੇ ਮੈਂ ਕਹਾਂ ਵੀ ਇਹ ਸਰਸਰੀ ਹੋਇਆ ਸੀ। ਅਸੀਂ ਬਾਹਰ ਨਿਕਲੇ ਵਿਧਾਨ ਸਭਾ ਦੇ ਵਿੱਚੋਂ, ਗੱਲਾਂ ਕਰਦੀ ਆ ਰਹੇ ਸੀ, ਮੈਂ ਆਪਦੀ ਗੱਡੀ ਮੰਗਾ ਲਈ ਤੇ ਮੈਂ ਕਿਹਾ ਖਹਿਰਾ ਸਾਹਿਬ ਤੁਹਾਡੀ ਗੱਡੀ? ਉਹ ਕਹਿੰਦੇ ਉਹ ਮੈਨੂੰ ਤਾਂ ਗੇਟ ਤੇ ਛੱਡ ਕੇ ਚਲੇ ਗਿਆ ਸੀ ਕਿਉਂਕਿ ਉਦੋਂ ਟਰੈਕਟਰ ਰੈਲੀ ਕੱਢੀ ਸੀ, ਉਹ ਅੰਦਰ ਕੋਈ ਕਾਰ ਨਹੀਂ ਆਉਣ ਦਿੱਤੀ ਅਸੈਂਬਲੀ ਦੇ। ਮੇਰਾ ਡਰਾਈਵਰ ਨੂੰ ਮੈਂ ਫੋਨ ਕਰਤਾ ਵੀ ਯਾਰ ਹੁਣ ਮੈਨੂੰ ਲੈਣ ਆ ਜਾਓ, ਸਾਰੀਆਂ ਗੱਡੀਆਂ ਬਾਹਰ ਹੀ ਚਲੇ ਗਈਆਂ। ਸੋ ਉਹਨਾਂ ਨੂੰ ਛੱਡ ਕੇ ਡਰਾਈਵਰ ਚਲੇ ਗਿਆ ਹੋਣਾ, ਤੇ ਉਹ ਕਹਿੰਦੇ ਮੈਂ ਤਾਂ ਬੁਲਾਈ ਨਹੀਂ ਗੱਡੀ, ਉਹ ਮੈਨੂੰ ਛੱਡ ਕੇ ਚਲੇ ਗਿਆ ਸੀ। ਮੈਂ ਕਿਹਾ ਚਲੋ ਮੈਂ ਤੁਹਾਨੂੰ ਛੱਡ ਦਿੰਦਾ ਗਾ। ਇੰਨੀ ਗੱਲ ਹੋਈ ਹੈ। ਬਾਕੀ ਦੇਖੋ ਸਾਡਾ ਚਾਹੇ ਬੈਂਸ ਬ੍ਰਦਰਸ ਨੇ, ਚਾਹੇ ਖਹਿਰਾ ਸਾਹਿਬ ਨੇ,
ਚਾਹੇ ਹੋਰ ਪਾਰਟੀਆਂ ਨੇ, ਆਮ ਆਦਮੀ ਪਾਰਟੀ, ਜਿਹੜੇ ਸਾਰੇ ਨਾਲ ਰਾਬਤਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਸਾਰਿਆਂ ਨਾਲ ਰਾਬਤਾ ਰੱਖਿਆ ਜਾਵੇ ਤੇ ਚੰਗਾ ਪੰਜਾਬ ਵਾਸਤੇ ਅੱਗੇ ਕੋਈ ਨਾ ਕੋਈ ਕੋਸ਼ਿਸ਼ ਕਰੀਏ ਇਕੱਠੇ ਰਲ ਕੇ। ਅੱਛਾ, ਨਹੀਂ ਖਹਿਰਾ ਸਾਹਿਬ, ਪਹਿਲਾਂ ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਇੱਕ ਅਲਾਇੰਸ ਬਣਿਆ ਸੀ ਜਿਹਦੇ 'ਚ ਬ੍ਰਹਮਪੁਰਾ ਸਾਹਿਬ ਵੀ ਸੀ, ਬੈਂਸ ਭਰਾ ਵੀ ਸੀਗੇ, ਖਹਿਰਾ ਸਾਹਿਬ ਵੀ ਸੀ ਵਿੱਚ, ਡਾਕਟਰ ਗਾਂਧੀ ਹੋਰੀ ਵੀ ਸੀਗੇ, ਬਸਪਾ ਵੀ ਵਿੱਚ ਆ ਗਈ। ਉਦੋਂ ਢੀਂਡਸਾ ਸਾਹਿਬ ਨਾਲ ਨਹੀਂ ਆਏ ਸੀ ਜਿੰਨੀ ਕੁ ਮੇਰੀ ਜਾਣਕਾਰੀ, ਪਰ ਹੁਣ ਉਸ ਤੋਂ ਬਾਅਦ ਵੋਟਾਂ ਪੈਣ ਦੀ ਦੇਰ ਸੀ, ਨਾਲ ਹੀ ਉਹ ਖਿਲਰ ਗਏ। ਫਿਰ ਜ਼ਿਮਨੀ ਚੋਣਾਂ ਲੰਘ ਕੇ ਗਈਆਂ, ਉਦੋਂ ਫਿਰ ਅੱਡੋ ਅੱਡ ਸੀ, ਇੱਕ ਦੂਜੇ ਦੇ ਖਿਲਾਫ ਉਹਨਾਂ ਨੇ ਬੰਦੇ ਖੜੇ ਕਰ ਲਏ। ਫਿਰ ਖਹਿਰਾ ਸਾਹਿਬ ਇਹ ਸੀ ਕਿ ਵੀ ਚਲੋ ਆਪਾਂ ਹਮ ਖਿਆਲੀ ਪਾਰਟੀਆਂ ਨਾਲ ਜਾਵਾਂਗੇ। ਹੁਣ ਮੈਂ ਜੋ ਪੜ੍ਹਿਆ 2-3 ਦਿਨ ਪਹਿਲਾਂ ਬ੍ਰਹਮਪੁਰਾ ਸਾਹਿਬ ਨੇ ਮੀਟਿੰਗ ਕਰਕੇ ਕਹਿਤਾ ਵੀ ਢੀਂਡਸਾ ਸਾਹਿਬ ਨਾਲ ਆਪਣੀ ਗੱਲ ਹੋ ਗਈ, ਆਪਾਂ ਇਕੱਠੇ ਹੋਵਾਂਗੇ। ਖਹਿਰਾ ਸਾਹਿਬ ਤੁਸੀਂ ਹੁਣ ਦੱਸ ਹੀ ਦਿੱਤਾ ਵੀ ਆਪਾਂ ਚਾਹੁੰਦੇ ਹਾਂ ਵੀ ਚਲੋ ਕਿਤੇ ਨਾ ਕਿਤੇ ਇਕੱਠੇ ਹੋ ਜਾਈਏ। ਹੁਣ ਫਿਰ ਪੰਜਾਬੀ ਇਹ ਸੋਚਣ ਵੀ ਇਹ ਜਿੰਨੇ ਕੁ ਵੀ ਬੰਦੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਕਾਰਨਾਂ ਕਰਕੇ ਅਲੱਗ ਹੋਏ, ਉਹ ਇੱਕ ਥਾਂ ਇਕੱਠੇ ਹੋ ਸਕਦੇ? ਦੇਖੋ, ਮੈਂ ਤਾਂ ਅਸੀਂ ਜਦ ਉਹਨਾਂ ਨੂੰ ਮਿਲਦੇ ਅਸੀਂ ਤਾਂ ਇੱਕੋ ਹੀ ਗੱਲ ਕਰਦੇ ਵੀ ਜਾਂ ਤਾਂ ਆਪਣਾ ਕੋਈ ਨਿਸ਼ਾਨਾ ਅੱਡ ਹੈ, ਫਿਰ ਤਾਂ ਆਪਾਂ ਨਾ ਇਕੱਠੇ ਹੋ। ਜਦ ਆਪਣਾ ਨਿਸ਼ਾਨਾ ਇਹ ਹੈ ਵੀ ਆਪਾਂ ਦੋਨੇ ਜਿਹੜੀਆਂ ਮੁੱਖ ਧਿਰਾਂ ਨੇ, ਚਾਹੇ ਬਾਦਲ ਦਲ, ਚਾਹੇ ਕਾਂਗਰਸ ਤੇ ਚਾਹੇ ਹੁਣ ਬੀਜੇਪੀ, ਹੁਣ 3 ਗਿਣਿਆ ਕਰੋ, ਇਹਨਾਂ ਤੋਂ ਉਦੋਂ ਚਲੋ ਇਕੱਠੇ ਸੀ ਦੋਨੇ, ਬੀਜੇਪੀ ਅਕਾਲੀ ਦਲ ਵੀ, ਇਹਨਾਂ ਤੋਂ ਜੇ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਤਾਂ ਸਾਨੂੰ ਇਕੱਠਾ ਹੋਣਾ ਚਾਹੀਦਾ ਤੇ ਥੋੜ੍ਹੇ ਚੋਂ ਕੋਈ ਬਣ ਜੇ ਆਗੂ। ਪਹਿਲਾਂ ਚਾਹੇ ਆਮ ਆਦਮੀ ਪਾਰਟੀ ਲੈ ਲੇ ਜਾਂ ਕੋਈ ਲੈ ਲੇ, ਇਹ ਨਹੀਂ ਮੁੱਦਾ ਹੋਣਾ ਚਾਹੀਦਾ। ਤੁਸੀਂ ਸਾਨੂੰ ਕੋਈ ਲੀਡਰਸ਼ਿਪ ਦੀ ਲੋੜ ਨਹੀਂ, ਪਰ ਗੱਲ ਹੈ ਵੀ ਆਖਰ ਜੇ ਲੋਕ ਆਸ ਰੱਖਦੇ ਨੇ ਤਾਂ ਸਾਨੂੰ ਆਪਦੇ ਵੱਲੋਂ ਯਤਨ ਕਰਨਾ ਚਾਹੀਦਾ। ਕੱਲ੍ਹ ਨੂੰ ਉਹਦੇ ਬੂਰ ਪਊਗਾ ਨਹੀਂ ਪਊਗਾ, ਉਹ ਤਾਂ ਸਮੇਂ ਨਾਲ ਉਹ ਹੋਣਾ। ਜੇ ਇੱਕ ਵਾਰੀ ਐਕਸਪੈਰੀਮੈਂਟ ਫੇਲ ਹੋ ਗਿਆ, ਉਹਦਾ ਮਤਲਬ ਇਹ ਵੀ ਨਹੀਂ ਵੀ ਹਰ ਵਾਰੀ ਐਕਸਪੈਰੀਮੈਂਟ ਫੇਲ ਹੁੰਦੇ। ਯਤਨ ਤਾਂ ਰੱਖਣਾ ਚਾਹੀਦਾ, ਜਾਰੀ ਕਰਨਾ ਚਾਹੀਦਾ। ਅਤੇ ਸਾਨੂੰ ਲੋਕ ਵੀ ਜਦ ਅਸੀਂ ਸਾਡੇ ਜਿਹੜੇ ਜਿੱਥੇ ਵੀ ਆਮ ਲੋਕਾਂ ਨੂੰ ਅਸੀਂ ਮਿਲਦੇ ਹਾਂ, ਉਹ ਸਾਰੇ ਹੀ ਆਪਦੀ ਭਾਵਨਾ ਵਿਅਕਤ ਕਰਦੇ ਨੇ। ਸੋ ਹਾਂ, ਤਾਂ ਇਸ ਲਈ ਤਾਂ ਕਰਕੇ ਇਹ ਸਾਡੀ ਕੋਸ਼ਿਸ਼ ਹੁੰਦੀ ਹੈ। ਬਾਕੀ ਤਾਂ ਸਮਾਂ ਦੱਸੇਗਾ ਵੀ ਕੀ ਹੁੰਦਾ ਹੈਗਾ। ਪਹਿਲਾਂ SGPC ਇਲੈਕਸ਼ਨ ਆਉਣੀ ਹੈ, ਸਾਡੀ ਤਾਂ ਉਹ 'ਚ ਵੀ ਕੋਸ਼ਿਸ਼ ਹੈ। ਢੀਂਡਸਾ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਵੀ ਅਸੀਂ ਇੱਕ ਫਰੰਟ ਜਿਹੜਾ ਹੈ ਇਹਨਾਂ ਦੇ ਬਾਦਲ ਦਲ ਦੇ ਖਿਲਾਫ ਤਿਆਰ ਕਰੀਏ, ਜਿਸ 'ਚ ਅਸੀਂ ਧਾਰਮਿਕ ਕੋਈ ਜਿਹੜੇ ਚੰਗੇ ਆਗੂ ਨੇ ਉਹਨਾਂ ਨੂੰ ਮੂਹਰੇ ਲਾ ਕੇ ਇਹ ਇਲੈਕਸ਼ਨ ਜਿਹੜੀ, ਅਸੀਂ ਇੱਕ ਤਾਂ ਪੋਲੀਟੀਕਲ ਬੰਦੇ ਹਾਂ, ਪਰ ਸਾਡੀ ਫਿਰ ਵੀ ਕੋਈ ਜ਼ਿੰਮੇਵਾਰੀ, ਅਸੀਂ ਆਪ ਮੂਹਰੇ ਲੱਗ ਕੇ ਨਹੀਂ, ਕਿਸੇ ਚੰਗੀ ਸ਼ਖਸੀਅਤ ਜਿਹਦੀ ਸਿੱਖ ਕੌਮ ਦੇ ਵਿੱਚ ਸਤਿਕਾਰ ਹੋਵੇ, ਜਿਹਦੀ ਕੁਰਬਾਨੀ ਹੋਵੇ, ਉਹਨਾਂ ਨੂੰ ਮੂਹਰੇ ਲਾ ਕੇ ਅਸੀਂ ਇਹ ਚੋਣਾਂ ਲੜੀਏ ਤੇ ਚੰਗਾ ਪ੍ਰਬੰਧ SGPC ਦੇਈਏ। ਇਹ ਦੋਵੇਂ ਗੱਲਾਂ ਆਪਾਂ ਕਰ ਲਈਏ ਵਾਰੀ-ਵਾਰੀ। ਜਦੋਂ ਵੱਡੇ ਢੀਂਡਸਾ ਸਾਹਿਬ ਇੱਥੇ ਆਏ ਸੀ, ਮੈਂ ਉਹਨਾਂ ਨੂੰ ਵੀ ਪੁੱਛੀ ਸੀ ਇਹ ਗੱਲ। ਮੈਂ ਕਿਹਾ ਵੀ ਢੀਂਡਸਾ ਸਾਹਿਬ ਤੁਸੀਂ, ਕਿਉਂਕਿ ਜਦੋਂ ਵੱਖ ਹੋਏ ਸੀ ਉਦੋਂ ਉਹਨਾਂ ਨੇ ਬਿਆਨ ਦੇ ਦਿੱਤਾ ਸੀ ਯਾਰ ਮੈਂ ਹੁਣ ਰਾਜਨੀਤੀ ਜਿਹੜੀ ਐਕਟਿਵ ਰਾਜਨੀਤੀ ਤੋਂ ਲਾਂਭੇ ਹੋ ਕੇ ਮੈਨੂੰ SGPC ਵੱਲ ਜ਼ਰੂਰ ਮੇਰਾ ਧਿਆਨ ਹੈ। ਹੁਣ ਤੁਹਾਡੀ ਗੱਲ ਤੋਂ ਵੀ ਇਹੀ ਚੀਜ਼ ਸਾਹਮਣੇ ਆਉਂਦੀ ਹੈ। ਪਿਛਲੇ ਦਿਨਾਂ 'ਚ ਜਦੋਂ ਤੋਂ ਇਹ ਅਸਤੀਫਾ ਦਿੱਤਾ ਅਕਾਲੀ ਦਲ ਨੇ ਅਤੇ ਉਹ ਅਲੱਗ-ਅਲੱਗ ਹੋਏ ਨੇ, ਨਾਲ ਦੀ ਨਾਲ ਹੀ ਗੁਰਦੁਆਰਾ ਕਮਿਸ਼ਨ ਦਾ ਐਲਾਨ ਹੋ ਜਾਂਦਾ, ਲੋਕਾਂ ਨੂੰ ਪਤਾ ਲੱਗ ਗਿਆ ਵੀ ਉਸ ਤੋਂ ਬਾਅਦ ਹੁਣ SGPC ਇਲੈਕਸ਼ਨ ਆ ਰਹੀ ਹੈ। SGPC ਇਲੈਕਸ਼ਨ ਦੀਆਂ ਜਿੰਨੀ ਕੁ ਮੇਰੀ ਜਾਣਕਾਰੀ ਉਹ ਇਹ ਕਹਿੰਦੀ ਹੈ ਕਿ ਵੀ ਹਰੇਕ ਵਾਰ ਵੋਟਰ ਨੂੰ ਵੋਟ ਬਣਾਉਣੀ ਪੈਂਦੀ ਹੈ ਅਤੇ ਵੋਟਾਂ ਬਣਾਉਣ ਦੇ ਲਈ ਬੰਦੇ ਚਾਹੀਦੇ ਆ ਪਿੰਡਾਂ 'ਚ। ਅਕਾਲੀ ਦਲ ਕੋਲ ਇਹ ਢਾਂਚਾ ਹੈਗਾ, ਆਪਾਂ ਨੂੰ ਪਤਾ। ਜਿੰਨੀਆਂ ਬਾਕੀ ਦੀਆਂ ਪਾਰਟੀਆਂ ਨੇ ਜਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੀਆਂ SGPC ਇਲੈਕਸ਼ਨ ਲੜਦੀਆਂ, ਉਹਨਾਂ ਕੋਲੇ ਨਾ ਤਾਂ ਕਾਡਰ ਹੈ, ਨਾ ਬੰਦੇ ਆ, ਨਾ ਹੀ ਉਹ ਇੰਨੀ ਐਕਸਰਸਾਈਜ਼ ਕਰ ਸਕਦੀਆਂ ਵੀ ਜਿਹਨੂੰ ਮਰਜ਼ੀ ਖੱਟਾ ਪਰਨਾ ਬਣਾ ਕੇ ਤੇ ਉੱਥੇ ਲਾਈਨ 'ਚ ਖੜਾ ਕਰਦੇ ਵੀ ਤੂੰ ਵੋਟ ਪਾਉਣੀ ਹੈ। ਫਿਰ ਉਸ ਤੰਤਰ ਨੂੰ ਇੰਨੀ ਛੇਤੀ 2, 4, 6 ਮਹੀਨੇ ਜਦੋਂ ਤੱਕ ਵੀ ਇਲੈਕਸ਼ਨ ਆਵੇ, ਕਿਵੇਂ ਠੀਕ ਕੀਤਾ ਜਾ ਸਕਦਾ? ਰਣਨੀਤੀ ਕੀ ਹੈ ਫਿਰ? ਦੇਖੋ, ਉਹਦੇ 'ਚ ਇੱਕ ਤਾਂ ਜਿਹੜੀਆਂ ਬਾਕੀ ਧਿਰਾਂ ਨੇ, ਹਰ ਜਿਵੇਂ 3-4 ਜ਼ਿਲ੍ਹਿਆਂ ਸਾਡਾ ਕਾਡਰ ਹੈਗਾ, ਕੁਛ ਅਸੀਂ ਹੁਣ ਬਾਕੀ ਜ਼ਿਲ੍ਹਿਆਂ 'ਚ ਵੀ ਕਰ ਰਹੇ ਹਾਂ, ਜਿਵੇਂ ਤੁਸੀਂ ਹੁਣ ਜਥੇਬੰਦੀਆਂ ਅਨਾਉਂਸ ਕੀਤੀਆਂ ਨੇ ਜੀ। ਸੋ ਕਾਡਰ ਬਾਕੀ ਪਾਰਟੀਆਂ ਦਾ ਵੀ, ਚਾਹੇ ਬੈਂਸ ਭਰਾ ਨੇ, ਚਾਹੇ ਖਹਿਰਾ ਸਾਹਿਬ ਨੇ, ਚਾਹੇ ਬ੍ਰਹਮਪੁਰਾ ਸਾਹਿਬ ਨੇ, ਚਾਹੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ, ਉਹਨਾਂ ਦੀ ਪੰਥਕ ਅਕਾਲੀ ਲਹਿਰ ਚੱਲ ਰਹੀ ਹੈ, ਸਾਰਿਆਂ ਦੇ ਆਪਦਾ ਕਾਡਰ ਹੈ। ਉਹਨੂੰ ਜੇ ਯੂਨਾਈਟਿਡਲੀ ਯੂਜ਼ ਕਰਾਂਗੇ ਤਾਂ ਸਾਰੇ ਪੰਜਾਬ ਵਿੱਚ ਕਾਡਰ ਹੈ ਸਾਡੇ ਕੋਲੇ ਜੀ। ਸੋ ਅਤੇ ਇੱਕ ਲੋਕਾਂ ਦੇ ਵਿੱਚ ਵੀ ਦੇਖੋ, ਕੋਈ ਕਾਡਰ ਜਦ ਲੋਕਾਂ ਦੀ ਭਾਵਨਾ ਹੁੰਦੀ ਹੈ ਨਾ, ਆਮ ਆਦਮੀ ਪਾਰਟੀ ਕੋਲ ਕਿਹੜਾ ਕੋਈ ਕਾਡਰ ਸੀ, ਪਰ ਕਾਡਰ ਬਣ ਗਿਆ ਨਾ, ਕਿਉਂਕਿ ਜਦ ਲੋਕ ਕੋਈ ਦਿਲੋਂ ਚਾਹੁੰਦੇ ਹੁਣ ਚੀਜ਼, ਤਾਂ ਫਿਰ ਕਾਡਰ ਆਪਣੇ ਆਪ ਹੀ ਲੋਕਾਂ ਦੇ ਵਿੱਚੋਂ ਹੀ ਕਾਡਰ ਪੈਦਾ ਹੋਣਾ, ਸੰਗਤ ਦੇ ਵਿੱਚੋਂ ਹੀ। ਸੋ ਲੋਕ ਆਪਣੇ ਆਪ ਹੀ ਉਸ ਮਿਸ਼ਨ ਨਾਲ ਜੁੜ ਜਾਂਦੇ ਆ ਅਤੇ ਕਾਡਰ ਬਣ ਜਾਂਦਾ ਹੈਗਾ। ਸੋ ਜਿਸ ਤਰ੍ਹਾਂ ਦੀ ਹੁਣ ਲੋਕਾਂ ਵਿੱਚ ਭਾਵਨਾ ਹੈ, ਪੰਜਾਬ ਦੇ ਵਿੱਚ ਵੀ ਲੋਕ ਦੁਖੀ ਨੇ SGPC ਦੀ ਫੰਕਸ਼ਨਿੰਗ ਤੋਂ, ਵੀ ਜੋ ਕੁਛ ਜਿਸ ਤਰੀਕੇ ਨਾਲ SGPC ਚਲਾਈ ਜਾ ਰਹੀ ਹੈ, ਜਿਸ ਤਰੀਕੇ ਨਾਲ ਸਾਡੀਆਂ ਸਿੱਖ ਸੰਸਥਾਵਾਂ ਨੂੰ ਯੂਜ਼ ਕੀਤਾ ਜਾ ਰਿਹਾ, ਤਾਂ ਲੋਕ ਆਪਣੇ ਆਪ ਹੀ ਜਿਹੜਾ ਹੈ ਉਹ ਵੋਟਾਂ ਬਣਾ ਕੇ ਜਿਹੜਾ ਹੈ ਕਾਡਰ ਵੀ ਸਾਡਾ ਤਿਆਰ ਹੋ ਜਾਏਗਾ ਅਤੇ ਵੋਟਾਂ ਵੀ ਲੋਕ ਬਣਾਉਣਗੇ, ਕਿਉਂਕਿ ਲੋਕਾਂ ਦੇ ਮਨ 'ਚ ਟਾਰਗੇਟ ਹੈ ਵੀ ਅਸੀਂ ਇਹਨਾਂ ਤੋਂ ਖਹਿੜਾ ਚੜਾਉਣਾ ਹੈਗਾ। ਅੱਛਾ, ਤੁਸੀਂ ਢੀਂਡਸਾ ਸਾਹਿਬ ਤੁਸੀਂ ਵੀ ਵਿੱਚ ਰਹੇ ਹੋ, ਵੱਡੇ ਢੀਂਡਸਾ ਸਾਹਿਬ ਵੀ ਰਹੇ, ਉਹਨਾਂ ਨੂੰ ਮੈਂ ਸਵਾਲ ਪੁੱਛਿਆ ਸੀ ਵੀ ਜਦੋਂ ਨੇੜੇ ਬੰਦਾ ਰਹਿੰਦਾ ਹੈ,
ਉਦੋਂ ਨੂੰ ਬਹੁਤ ਗੱਲਾਂ ਦਾ ਪਤਾ ਲੱਗਦਾ ਵੀ ਯਾਰ ਆਹ ਚੀਜ਼ ਸਹੀ ਨਹੀਂ ਹੈ, ਆਹ ਇਹਨੂੰ ਸਹੀ ਕਰ ਲਈਏ। ਜਦੋਂ ਤੁਸੀਂ ਪਾਰਟੀ 'ਚ ਸੀ, ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ, ਬਾਦਲ ਅਕਾਲੀ ਦਲ ਦੀ, ਉਦੋਂ ਕਦੀ ਇਤਰਾਜ਼ ਨਹੀਂ ਕੀਤਾ ਇਸ ਚੀਜ਼ 'ਤੇ ਵੀ ਆਪਾਂ ਇਸ ਚੀਜ਼ ਨੂੰ ਠੀਕ ਕਰ ਲਈਏ? ਬਿਲਕੁਲ, ਦੇਖੋ ਕੋਈ ਰਾਤੋਂ ਰਾਤ ਤਾਂ ਫੈਸਲੇ ਨਹੀਂ ਹੁੰਦੇ ਵੀ ਅਸੀਂ ਕਹਿ ਦਈਏ ਵੀ ਸਵੇਰੇ ਉੱਠ ਕੇ ਕੱਲ੍ਹ ਤੱਕ ਠੀਕ ਹੈ ਵੀ ਅੱਜ ਤੱਕ ਵੀ ਅਸੀਂ ਤਾਂ ਚੱਲੇ ਹਾਂ, ਨਹੀਂ। ਇਹ ਬੜਾ ਲੌਂਗ ਡਰਾਉਨ ਪ੍ਰੋਸੈਸ ਹੈ ਵੀ 2-3 ਸਾਲਾਂ ਦੇ ਵਿੱਚ ਹੌਲੀ ਹੌਲੀ ਬੰਦਾ ਫਰਸਟ੍ਰੇਟ ਹੁੰਦਾ ਹੈ। ਪਹਿਲਾਂ ਬੰਦਾ ਕੋਸ਼ਿਸ਼ ਕਰਦਾ, ਫਿਰ ਕੋਸ਼ਿਸ਼ ਕਰਦਾ, ਜਦ ਕੋਈ ਉਹਦੀਆਂ ਗੱਲਾਂ ਜਾਂ ਉਹਦੀਆਂ ਭਾਵਨਾਵਾਂ 'ਤੇ ਨਹੀਂ ਚੱਲਦੀ ਪਾਰਟੀ, ਫਿਰ ਉਹ ਫਰਸਟ੍ਰੇਟ ਹੋ ਜਾਂਦਾ। ਢੀਂਡਸਾ ਸਾਹਿਬ ਦੇ ਵੀ ਹੋਇਆ ਪਹਿਲਾਂ, ਉਹ ਚਾਹੇ ਬਰਗਾੜੀ ਕਾਂਡ ਹੋਇਆ, ਚਾਹੇ ਬਹਿਬਲ ਕਲਾਂ ਹੋਇਆ, ਉਦੋਂ ਉਹ ਪਾਰਟੀ ਦੇ ਵਿੱਚ ਇਹ ਸਾਰੀ ਇਕੱਲੇ ਉਹ ਨਹੀਂ, ਹੋਰ ਵੀ ਲੀਡਰ ਸੀ ਜਿਹੜੇ ਗੱਲਾਂ ਕਰਦੇ ਰਹੇ ਵੀ ਇਹ ਜਿਹੜੀਆਂ ਗੱਲਾਂ ਨੇ ਠੀਕ ਨਹੀਂ ਹੋ ਰਹੀਆਂ, ਵੀ ਉਹਨੂੰ ਇਹ ਵਿਸ਼ਵਾਸ ਦਿਵਾਉਂਦੇ ਵੀ ਅਸੀਂ ਜੀ ਦੋਸ਼ੀ ਫੜ ਲੈਣੇ ਨੇ, ਆਹ ਮਹੀਨੇ 'ਚ 2 ਮਹੀਨੇ 'ਚ ਫੜ ਲਿਆ ਜੀ ਅਸੀਂ, ਸਾਡੀ ਇਨਵੈਸਟੀਗੇਸ਼ਨ ਨੇੜੇ ਪਹੁੰਚ ਗਈ ਜੀ। ਸੋ ਉਦੋਂ ਵੀ ਇਹ ਸਾਰੀਆਂ ਗੱਲਾਂ ਉੱਠ ਰਹੀਆਂ ਸੀ, ਕਿਉਂਕਿ ਅਸੀਂ ਵੀ ਆਖਰ ਲੋਕਾਂ 'ਚ ਵਿਚਰਦੇ ਹਾਂ। ਜਦ ਲੋਕਾਂ ਦਾ ਪੋਲੀਟੀਕਲ ਬੰਦਾ ਦੇਖਦਾ ਹੈਗਾ ਤਾਂ ਉਹਨੂੰ ਦੁੱਖ ਹੀ ਹੁੰਦਾ ਹੈਗਾ ਵੀ ਯਾਰ ਇਹੋ ਜਿਹਾ ਕੁਛ, ਖਾਸ ਤੌਰ 'ਤੇ ਜਦ ਅਕਾਲੀ ਦਲ ਵਰਗੀ ਪਾਰਟੀ ਜਿਹਦੀ ਇੱਕ ਸਿਧਾਂਤਕ ਤੌਰ 'ਤੇ ਪੰਥਕ ਵਿਚਾਰਧਾਰਾ ਨਾਲ ਜੁੜੀ ਹੋਈ ਪਾਰਟੀ, ਜਦੋਂ ਉਹਦੇ 'ਤੇ ਇਹੋ ਜਿਹੇ ਐਲੀਗੇਸ਼ਨ ਲੱਗੇ, ਫਿਰ ਢੀਂਡਸਾ ਸਾਹਿਬ ਦਾ ਮਿਊਸ ਹੋ ਕੇ ਉਹਨਾਂ ਨੇ ਕਹਿਤਾ ਯਾਰ ਮੈਂ ਤਾਂ ਸਿਆਸਤ ਹੀ ਛੱਡਤੀ। ਪਰ ਜਦੋਂ ਉਹਨੇ ਦੇਖਿਆ ਵੀ ਇਹਦਾ ਕੰਮ ਹੋਰ ਖਰਾਬ ਹੋਈ ਜਾਂਦਾ, ਫਿਰ ਉਹਨੂੰ ਕਿਹਾ ਵੀ ਯਾਰ ਜੇ ਮੈਂ ਘਰ ਹੀ ਬੈਠਾ, ਲੋਕਾਂ ਨੇ ਕਹਿਣਾ ਵੀ ਯਾਰ ਕੋਈ ਆਵਾਜ਼ ਵੀ ਨਹੀਂ ਕਿਸੇ ਨੇ ਚੱਕੀ, ਵੀ ਸਾਰੇ ਚੁੱਪ ਕਰਕੇ ਉਹ ਬਹਿ ਗਏ। ਫਿਰ ਉਹਨੂੰ ਮਨ 'ਚ ਆਇਆ ਵੀ ਮੈਂ ਆਪਦੇ ਵੱਲੋਂ ਯਤਨ ਕਰਾਂ। ਹਾਲਾਂਕਿ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਜੀ, ਤੁਸੀਂ ਉਹਨਾਂ ਨੂੰ ਮਿਲੇ ਵੀ ਹੋ ਜੀ। ਉਹਨਾਂ ਦੀ ਪਿੱਛੇ ਕਿੰਨੇ ਆਪਰੇਸ਼ਨ ਹੋਏ, ਉਹਨਾਂ ਦਾ ਸਪਾਈਨ ਦਾ ਆਪਰੇਸ਼ਨ ਹੋ ਚੁੱਕਿਆ ਹੈ, ਉਹਨਾਂ ਦੀ ਬਾਈਪਾਸ ਸਰਜਰੀ ਹੋ ਚੁੱਕੀ ਹੈ, ਉਹਨਾਂ ਦੀ ਇੱਕ ਨਰਵ ਬਾਂਹ ਦੀ ਜਿਹੜੀ ਹੈ ਡੈਡ ਹੋ ਗਈ। ਤੇ ਇਸ ਕਰਕੇ ਪਰ ਫਿਰ ਵੀ ਮੈਂ ਸਮਝਦਾ ਉਹਨਾਂ ਦੇ ਇੱਕ ਮਨ ਦੀ ਹੀ ਭਾਵਨਾ ਸੀ ਮੈਂ ਕੁਛ ਨਾ ਕੁਛ ਮੈਂ ਕਰਾਂ, ਵੀ ਤਾਂ ਕਿ ਘੱਟੋ ਘੱਟ ਸਾਡੇ ਤੇ ਇਸ ਤਰੀਕੇ ਦਾ ਕਲੰਕ ਨਾ ਲੱਗੇ ਵੀ ਯਾਰ ਇਹਨਾਂ ਨੇ ਬੈਠੇ ਸੀ, ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਜਾਂ ਕੋਈ ਆਪਦੇ ਵੱਲੋਂ ਕੋਈ ਆਵਾਜ਼ ਹੀ ਨਹੀਂ ਚੱਕੀ। ਸੋ ਇਹ ਚੀਜ਼ਾਂ ਕਰਕੇ ਫਿਰ ਉਹ ਬਾਅਦ 'ਚ ਉਹਨੂੰ ਹੋਏ ਵੀ ਯਾਰ ਮੈਂ ਆਪਦੇ ਵੱਲੋਂ ਸਾਨੂੰ ਯਤਨ ਕਰਨਾ ਚਾਹੀਦਾ, ਬਾਕੀ ਤਾਂ ਲੋਕਾਂ ਦੇ ਹੱਥ 'ਚ ਹੈ ਵੀ ਅਸੀਂ ਘਰੇ ਬਹਿ ਕੇ ਮਸਾ ਨਹੀਂ। ਉਹਨੇ ਮੈਨੂੰ ਵੀ ਫਿਰ ਕਿਹਾ ਵੀ ਤੂੰ ਵੀ ਕਾਕਾ ਛੱਡ ਤੇ ਚੱਲ ਨਾਲ, ਆਪਾਂ ਹੁਣ ਇਹ ਕਰਨਾ ਹੈਗਾ। ਸੋ ਹੌਲੀ ਹੌਲੀ ਪਾਰਟੀ ਦੇ ਵਿੱਚ ਮੈਂ ਦੱਸਦਾ ਜੀ, ਜਿਸ ਦਿਨ 370 ਧਾਰਾ ਤੋੜੀ ਗਈ, ਮੈਂ ਉਦੋਂ ਵਿਧਾਨ ਸਭਾ ਵਿੱਚ ਅਕਾਲੀ ਦਲ ਦਾ ਲੀਡਰ ਸੀ ਜੀ, ਉਹਨੂੰ ਯੂਟੀ ਬਣਾ ਦਿਆ ਤੇ ਫਿਰ ਸੀਏ ਪਾਸ ਹੋਇਆ। ਮੈਂ ਉੱਥੇ ਕਲੀਅਰ ਕੱਟ ਕਿਹਾ ਸੀ, ਮੈਂ ਕਿਹਾ ਇਹ ਬਹੁਤ ਘਾਤਕ ਹੈ, ਇਹ ਆਪਣੇ ਅਕਾਲੀ ਦਲ ਦੇ ਸਿਧਾਂਤਾਂ ਦੇ ਉਲਟ ਹੈ। ਪਹਿਲੀ ਗੱਲ ਤਾਂ ਮੈਂ ਇਹਦੇ ਹੱਕ 'ਚ ਬੋਲ ਨਹੀਂ ਸਕਦਾ, ਜੇ ਡਿਸਕਸ਼ਨ ਹੁੰਦੀ ਹੈ ਕੱਲ੍ਹ ਨੂੰ ਮੈਂ ਨਹੀਂ ਬੋਲਣਾ, ਕਿਸੇ ਨੇ ਬੋਲਣਾ ਤੁਸੀਂ ਬੋਲੋ। ਤੇ ਦੂਜੀ ਗੱਲ ਵੀ ਇਹ ਕੱਲ੍ਹ ਨੂੰ ਜਿਹੜਾ ਘਾੜਾ ਅੱਜ ਜੰਮੂ ਕਸ਼ਮੀਰ ਤੇ ਪਿਆ, ਕੱਲ੍ਹ ਨੂੰ ਆਪਣੇ ਤੇ ਵੀ ਪੈ ਸਕਦਾ। ਤੁਸੀਂ ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਜਿਹੜੇ ਉਸ ਮੀਟਿੰਗ 'ਚ ਆ ਸੀ, ਉਹਨਾਂ ਤੋਂ ਪੁੱਛ ਸਕਦੇ ਹੋ। ਤੇ ਉਹੀ ਗੱਲ ਹੋਈ, ਆ ਤੁਸੀਂ ਦੇਖੋ 6 ਮਹੀਨੇ ਨੇ ਪੈਣ ਦਿੱਤੇ, ਅੱਜ ਪੰਜਾਬ ਤੇ ਘਾੜਾ ਚੱਲ ਪਿਆ। ਸੋ ਇਹ ਗੱਲਾਂ ਵਿੱਚ ਬਹਿ ਕੇ ਅਸੀਂ ਯਤਨ ਕਰਦੇ ਰਹੇ ਹਾਂ, ਇਹ ਗੱਲ ਨਹੀਂ ਵੀ ਅਸੀਂ ਨਹੀਂ ਕਰਦੇ। ਤੇ ਬਾਅਦ 'ਚ ਅਲਟੀਮੇਟਲੀ ਜਦ ਪਾਣੀ ਸਿਰੋਂ ਲੰਘ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਹੁਣ ਤਾਂ ਆਪਾਂ ਇਹਦਾ ਕੋਈ ਸੁਧਾਰ ਨਹੀਂ ਹੁੰਦਾ, ਲੱਗਦਾ ਵੀ ਆਪਾਂ ਜਿਹੜਾ ਪਿੱਛੇ ਹਟੀਏ। ਅੱਛਾ, ਮੈਂ ਤੁਹਾਨੂੰ ਇਹ ਪੁੱਛਣ ਲੱਗਿਆ ਸੀ ਕਿ ਵੀ ਜਦੋਂ ਇਲੈਕਸ਼ਨ ਲੜਨ ਦੇ ਸੀ ਨਾ ਜੀ, ਜਦੋਂ ਤੁਸੀਂ ਅਚਾਨਕ ਪਾਸੇ ਹੋਏ, ਢੀਂਡਸਾ ਸਾਹਿਬ ਚੁੱਪ ਨੇ, ਤਾਂ ਉਦੋਂ ਅਕਾਲੀ ਦਲ ਨੇ ਤੁਹਾਨੂੰ ਇਲੈਕਸ਼ਨ ਲੜਾਈ, ਉਦੋਂ ਉੱਥੇ ਜਾ ਕੇ ਰੈਲੀ ਵੀ ਹੋਈ। ਐਂਡ ਮੈਂ ਉਹਨੂੰ ਰੈਲੀ ਨੂੰ ਜਾਂ ਉਹ ਤੁਹਾਡੀ ਨੋਮੀਨੇਸ਼ਨ ਨੂੰ ਮੈਂ ਬੜਾ ਦੇਖਿਆ ਵੀ ਯਾਰ ਰਾਜਨੀਤੀ 'ਚ ਕਿਵੇਂ ਡਰਾਮੇ ਹੁੰਦੇ ਆ। ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਰਿਹਾ ਵੀ ਬੰਦੇ ਵੀ ਸੱਦੇ ਜਾਓ, ਓਕੇ ਜੀ ਪਰਮਿੰਦਰ ਢੀਂਡਸਾ ਹੋਰਾਂ ਦਾ ਨਾਂ ਲਵਾ ਦਿਓ ਜੀ, ਉਹ ਵੀ ਫਲਾਨਾ ਬੰਦਾ ਖੜਾ ਕੀਤਾ ਜਾਊਗਾ। ਤੁਹਾਨੂੰ ਲੱਗਦਾ ਨਹੀਂ ਸੀ ਯਾਰ ਮੈਨੂੰ ਬਰੀ ਦਾ ਬੱਕਰਾ ਬਣਾਉਂਦੇ ਆ? ਦੇਖੋ ਮੈਂ ਤੁਹਾਨੂੰ ਦੱਸਦਾ, ਮੇਰਾ ਢੀਂਡਸਾ ਸਾਹਿਬ ਨੇ ਮੈਨੂੰ ਕਹਿਤਾ ਸੀ ਕਾਕਾ ਚੋਣ ਨਾ ਲੜੀ। ਤੇ ਮੈਂ ਕਿਹਾ ਜੀ ਹੁਣ ਮੈਂ ਪਾਰਟੀ ਦੇ ਵਿੱਚ ਕੱਲ੍ਹ ਨੂੰ ਇਹ ਨਾ ਹੋਵੇ ਵੀ ਮੈਨੂੰ ਲੋਕਾਂ ਨੇ ਵੀ ਯਾਰ ਜਦ ਤਾਂ ਅਹੁਦੇ ਲੈਣੇ ਸੀ ਉਦੋਂ ਤਾਂ ਮੂਹਰੇ ਹੋ ਗਏ, ਹੁਣ ਜਦ ਔਖੇ ਟਾਈਮ 'ਤੇ ਚੋਣ ਲੜਨੀ ਹੈ ਹੁਣ ਪਿੱਛੇ ਹਟ ਰਹੇ। ਅਤੇ ਮੈਂ ਕਿਹਾ ਜੀ ਚਲੋ ਜੋ ਹੁੰਦਾ ਹੈ ਉਹ ਤਾਂ ਅੱਡ ਹੈ, ਵੀ ਜਿਵੇਂ ਪਾਰਟੀ ਦੇ ਵਿੱਚ ਹੈ, ਜਿੰਨਾ ਚਿਰ ਮੈਂ ਪਾਰਟੀ ਦੀ ਉਹ ਨਹੀਂ ਅਵੱਗਿਆ ਨਹੀਂ ਫੈਸਲੇ ਦੀ ਕਰਦਾ ਵੀ ਮੈਂ ਚੋਣ ਲੜਨਾ। ਹਾਲਾਂਕਿ ਇਹ ਗੱਲ ਕਲੀਅਰ ਸੀ ਢੀਂਡਸਾ ਸਾਹਿਬ ਦੀ ਵੀ, ਉਹ ਕਹਿੰਦੇ ਵੀ ਯਾਰ ਜਿਹੜਾ ਆਪਾਂ ਨੂੰ ਕੁਛ ਇਹਦਾ ਫਾਇਦਾ ਨਹੀਂ ਹੈ, ਨੁਕਸਾਨ ਹੀ ਹੋਣਾ। ਤੂੰ ਹੁਣ ਤੱਕ 5 ਵਾਰੀ ਜਿੱਤੇ ਆ, ਤੇਰੇ ਇੱਕ ਹਾਰ ਤੱਕ ਗਲੇ ਪਈ ਜਾਊਗੀ, ਪਰ ਇਸ ਤੋਂ ਇਲਾਵਾ ਵੀ ਜਿਹੜਾ ਹੈ ਇਸੇ ਜਿਹੜਾ ਹੈ ਮੇਰਾ ਮਨ ਨਹੀਂ ਵੀ, ਕਿਉਂਕਿ ਉਹ ਤਾਂ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਸੀ, ਮੈਂ ਤੇਰੇ ਵਾਸਤੇ ਕੈਂਪੇਨ ਨਹੀਂ ਕਰ ਸਕਦਾ। ਉਹਨਾਂ ਕੀਤੀ ਵੀ ਨਹੀਂ, ਉਹ ਨਹੀਂ ਗਏ ਨਹੀਂ, ਉਹ ਸੰਗਰੂਰ ਹੀ ਨਹੀਂ ਵੜੇ ਉਹਨੇ ਦਿਨ। ਤੇ ਇਸ ਕਰਕੇ ਮੇਰੇ ਮਨ 'ਚ ਇਹ ਸੀਗਾ ਵੀ ਯਾਰ ਪਾਰਟੀ 'ਚੋਂ ਮੈਂ ਹੁਣ 10 ਸਾਲ ਮਿਸਟਰ ਰਿਹਾ, ਅੱਜ ਮੈਂ ਜੇ ਪਿੱਛੇ ਹਟਦਾ ਲੋਕ ਕੀ ਕਹਿਣਗੇ ਵੀ ਯਾਰ ਜਦ ਤਾਂ ਅਹੁਦੇ ਲੈਣੇ ਸੀ ਉਹ ਤਾਂ ਇਹ ਮੂਹਰੇ ਸੀ, ਹੁਣ ਅੱਜ ਪਾਰਟੀ ਨੇ ਕਿਹਾ ਚੋਣ ਲੜਨ, ਹੁਣ ਚੋਣ ਨਹੀਂ ਲੜ ਰਿਹਾ। ਸੋ ਉਸ ਚੀਜ਼ ਦੇ ਵਿੱਚੋਂ ਮੈਂ ਫੈਸਲਾ ਲਿਆ ਸੀਗਾ। ਤੇ ਅੱਜ ਮੈਂ ਸਮਝਦਾ ਫੈਸਲਾ ਉਹ ਗਲਤ ਸੀਗਾ, ਪਰ ਕਈ ਵਾਰੀ ਜਿਹੜਾ ਕੌੜੇ ਘੁੱਟ ਵੀ ਭਰਨੇ ਪੈਂਦੇ ਆ।
ਦੇਖ ਲਓ ਇੱਥੇ ਨਾ ਮੈਂ ਇੱਕ ਚੀਜ਼ ਜ਼ਰੂਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂ ਜੀ ਕਿ ਵੀ ਇੰਨਾ ਕੁ ਫਰਕ ਹੁੰਦਾ ਹੈ ਕਿ ਜਦੋਂ ਲੀਡਰ ਸਾਹਿਬਾਨ ਪਾਰਟੀ 'ਚ ਹੁੰਦੇ ਨੇ ਤੇ ਪਾਰਟੀ ਦਾ ਪ੍ਰਭਾਵ ਤੇ ਬਾਹਰੀ ਪ੍ਰਭਾਵ ਕੀ ਹੁੰਦਾ। ਦੇਖੋ ਅਸੀਂ ਉਦੋਂ ਵੀ ਐਨਾਲਿਸਿਸ ਕਰਦੇ ਸੀ ਵੀ ਇਹ ਨਹੀਂ ਲੜਨੀ ਚਾਹੀਦੀ ਇਲੈਕਸ਼ਨ, ਪਰ ਜਿੱਦਾਂ ਹੁਣ ਤੁਸੀਂ ਮਜਬੂਰੀ ਦੱਸ ਦਿੱਤੀ ਤੁਹਾਨੂੰ ਉਦੋਂ ਲੜਨੀ ਪਈ। ਪਰ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਅੱਗੇ ਅੱਗੇ ਵੱਧਦੀਆਂ, ਕਿਉਂਕਿ ਮੈਨੂੰ ਮੈਂ ਕਿਵੇਂ ਨਾ ਸੋਚਦਾ ਹੁੰਦਾ ਕਿ ਇੱਕ ਵਾਰ ਇਲੈਕਸ਼ਨ ਹੁੰਦੀ ਆ ਤੇ 5 ਸਾਲ ਬਾਅਦ ਵਾਰੀ ਆਉਣੀ ਹੈ, ਤੇ ਜੇ 2 ਵਾਰ ਲਗਾਤਾਰ ਇਲੈਕਸ਼ਨਾਂ ਲੰਘ ਜਾਂਦੀਆਂ, ਜੇ 2 ਵਾਰ ਆਪਾਂ ਮੰਨ ਲਓ ਕੋਈ ਉਹੋ ਜਿਹਾ ਡਿਸੀਜਨ ਲੈ ਲੈਂਦੇ ਆ, ਚਾਹੇ ਲੋਕ ਹੀ ਗਲਤ ਆਪਣਾ ਕੋਈ ਲੀਡਰ ਚੁਣ ਲੈਂਦੇ ਆ, ਤਾਂ 10 ਸਾਲ ਰਲਦੇ ਨਹੀਂ ਜ਼ਿੰਦਗੀ ਦੇ। ਤੁਹਾਨੂੰ ਲੱਗਦਾ ਨਹੀਂ ਕਿ ਵੀ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਅਵੇਅਰ ਹੋਣਾ ਚਾਹੀਦਾ ਵੀ ਕਿਤੇ ਨਾ ਕਿਤੇ ਤੁਸੀਂ ਆਪਣੇ ਸਹੀ ਫੈਸਲੇ ਲੈ ਲਓ? ਦੇਖੋ ਹਰ ਤਰ੍ਹਾਂ ਦੇ ਨੇ ਜਿਹੜੀ ਇਸ ਦੇ ਵਿੱਚ ਲੋਕਾਂ 'ਚ ਪਹਿਲਾਂ ਨਾਲੋਂ ਤਾਂ ਅਵੇਅਰਨੈਸ ਵੱਧ ਆਈ ਹੈ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਪੋਲੀਟੀਕਲ ਅਵੇਅਰਨੈਸ ਘੱਟ ਹੈ। ਹਾਂਜੀ ਹਾਂਜੀ। ਅਦਰਵਾਈਜ਼ ਲੋਕ ਐਜੂਕੇਟਡ ਨੇ, ਸਾਰੇ ਕੁਛ ਨੇ, ਪੋਲੀਟੀਕਲ ਅਵੇਅਰਨੈਸ ਘੱਟ ਹੈ ਕਿਉਂਕਿ ਪੋਲੀਟੀਕਲ ਚਰਚਾ ਨਹੀਂ ਹੁੰਦਾ, ਪੋਲੀਟੀਕਲ ਡਿਸਕੋਰਸ ਬਹੁਤ ਘੱਟ ਹੈ ਜੀ। ਅਸੀਂ ਬਲਾਈਂਡਲੀ ਇੱਕ ਪਾਸੇ ਤੁਰ ਪਿਆ ਤੇ ਇੱਕ ਪਾਸੇ ਦੂਜੇ ਵਿਰੋਧ 'ਚ ਪਿੰਡਾਂ 'ਚ ਧੜਿਆਂ ਨਾਲ ਕਰਦੇ ਹਾਂ ਅਸੀਂ। ਯਾਰ ਫਲਾਣਾ ਕਾਂਗਰਸ ਵਾਲੇ, ਦੂਜੇ ਵਾਲੇ ਨੇ ਯਾਰ ਉਹ ਤਾਂ ਬੰਦਾ ਵਧੀਆ, ਪਰ ਮੈਂ ਇਹ ਫਲਾਣੇ ਉੱਧਰ ਨੇ, ਮੈਂ ਉੱਧਰ ਚੱਲੂ, ਉਲਟ ਚੱਲੂਗਾ। ਸਾਡੀ ਪੰਜਾਬ ਦੀ ਪੋਲੀਟਿਕਸ ਬੜੀ ਡਿਫਰੈਂਟ ਹੈ ਜੀ। ਪਰ ਜਿਵੇਂ ਹੋਰ ਜਗ੍ਹਾ 'ਤੇ ਮੈਂ ਦੱਸਦਾ, ਹੁਣ ਮੇਰੇ ਹਲਕੇ ਦੇ ਵਿੱਚ 15-20 ਪਿੰਡ ਜਿਹਦੇ ਹਰਿਆਣੇ ਦੇ ਜਾਟ ਨੇ, ਚੌਧਰੀਆਂ ਦੇ ਪਿੰਡ ਨੇ ਮੇਰੇ ਹਲਕੇ 'ਚ, ਉਹਨਾਂ ਦੀ ਬੜੀ ਪੋਲੀਟਿਕਸ ਡਿਫਰੈਂਟ ਹੈ ਜੀ। ਉਹਨਾਂ ਦੇ ਪਿੰਡ 'ਚ ਪਾਰਟੀ ਤਾਂ ਹੁੰਦੀ ਹੈ, ਗਰੁੱਪਸ ਹੁੰਦੇ ਨੇ, ਪਰ ਬੜਾ ਬੈਠ ਕੇ ਸੱਥਾਂ ਦੇ ਵਿੱਚ ਜਿਹਨੂੰ ਚਪਾਲ ਕਹਿੰਦੇ ਆ, ਉਹ ਬਹੁਤ ਡਿਸਕਸ਼ਨ ਕਰਦੇ, ਪੋਲੀਟੀਕਲ ਡਿਸਕੋਰਸ ਬੜਾ ਹੈ ਉਹਨਾਂ ਦੇ ਵਿੱਚ। ਤੇ ਅੱਜ ਵੀ ਜਿਹੜੇ ਬਜ਼ੁਰਗ ਨੇ, ਉਹਨਾਂ ਦਾ ਜੋ ਡਿਸਕੋਰਸ ਦਾ ਜਿਹੜਾ ਨਿਚੋੜ ਆ ਉਹਨੂੰ ਮੰਨਦੇ ਨੇ ਲੋਕ, ਚਾਹੇ ਫੈਸਲਾ ਉਹ ਪੋਲੀਟੀਕਲ ਉਹ ਕੱਢਦੇ ਨੇ, ਚਾਹੇ ਉਹ ਸੋਸ਼ਲੀ ਉਹਨਾਂ ਨੇ ਜੋ ਕਹਿਤਾ ਵੀ ਆ ਅੱਧੇ ਉਹ ਫੈਸਲੇ ਆਪਦੇ ਖਾਪਾਂ ਦੇ ਵਿੱਚ ਭਾਈਚਾਰਿਆਂ 'ਚ ਕਰ ਲੈਂਦੇ ਨੇ। ਸੋ ਉਹਨਾਂ 'ਚ ਮੈਂ ਦੇਖਿਆ ਪੋਲੀਟੀਕਲ ਅਵੇਅਰਨੈਸ ਬਹੁਤ ਜ਼ਿਆਦਾ ਹੈ, ਕਿਉਂਕਿ ਉੱਥੇ ਜਿਹੜੇ ਸਿਆਣੇ ਨੇ ਉਹ ਪੋਲੀਟੀਕਲ ਡਿਸਕੋਰਸ ਬੜਾ ਹੈ। ਆਪਣੇ ਵੀ ਹੈਗਾ ਪਿੰਡਾਂ 'ਚ, ਪਰ ਨੌਜਵਾਨ ਸ਼ਾਇਦ ਉਹਨੂੰ ਉਹਨਾਂ ਫੋਲੋ ਨਹੀਂ ਕਰਦਾ, ਪਰ ਉੱਥੇ ਜਿਹੜਾ ਨੌਜਵਾਨ ਹੈ ਉਹ ਫੋਲੋ ਕਰਦਾ। ਸੋ ਅੱਜ ਮੈਂ ਸਮਝਦਾ ਨੌਜਵਾਨਾਂ ਨੂੰ, ਖਾਸ ਤੌਰ 'ਤੇ ਜਿਹੜੇ ਕਾਲਜ ਯੂਨੀਵਰਸਿਟੀਆਂ 'ਚ ਨੇ, ਉਹਨਾਂ ਨੂੰ ਘੱਟੋ ਘੱਟ ਇਸ ਪੋਲੀਟੀਕਲ, ਕਿਉਂਕਿ ਆਖਰ ਹਰ ਚੀਜ਼ ਜਿਹੜੀ ਹੈ ਸੂਬੇ ਦਾ ਭਵਿੱਖ ਉਹ ਪੋਲੀਟੀਕਲ ਡਿਸੀਜਨ 'ਤੇ ਨਿਰਭਰ ਕਰਦਾ ਹੈ। ਵੀ ਕਹੀ ਜੀ ਪੋਲੀਟੀਕਲ ਅਸੀਂ ਡਿਸੀਜਨ ਲੈਂਦੇ ਹਾਂ ਤੇ ਉਹ ਜਿਹਾ ਸੂਬੇ ਉੱਧਰ ਨੂੰ ਵਧੂਗਾ। ਤੇ ਜਿਹੜੇ ਐਜੂਕੇਟਡ, ਜਿਹੜੇ ਕਾਲਜਾਂ 'ਚ ਪੜ੍ਹੇ ਲਿਖੇ ਮੁੰਡੇ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਘੱਟੋ ਘੱਟ ਇਲੈਕਸ਼ਨ ਦੇ ਸਮੇਂ ਦੇ ਵਿੱਚ ਐਸੇ ਡਿਸਕੋਰਸ ਆਰਗੇਨਾਈਜ਼ ਵੀ ਕਰਨੇ ਚਾਹੀਦੇ, ਜਾਂ ਆਪਦੇ ਇਨਫੋਰਮਲੀ ਕਰਨ, ਤਾਂ ਕਿ ਉਹ ਚੰਗਾ ਕੰਟਰੀਬਿਊਟ ਕਰ ਸਕਣ। ਸੋ ਇਹ ਚੀਜ਼ ਮੈਂ ਸਮਝਦਾ ਪੰਜਾਬ ਦੇ ਵਿੱਚ ਮਿਸਿੰਗ ਹੈ। ਸਾਡੇ ਧੜੇਬਾਜ਼ੀ ਦੀ ਸਿਆਸਤ ਜ਼ਿਆਦਾ ਹੋ ਗਈ, ਸਾਡੀ ਮੈਰਿਟ ਬੇਸਡ ਜਿਹੜੀ ਸਿਆਸਤ ਘਟ ਗਈ, ਜਿਹਦੇ ਨਾਲ ਨੁਕਸਾਨ ਹੋਇਆ ਹੈ ਪੰਜਾਬ ਦਾ। ਇਹਦੇ ਤੇ ਹੱਲ ਕੀ ਸੋਚਦੇ ਹੋ? ਇਹ ਗੱਲ ਜਿਹੜਾ ਤੁਸੀਂ ਦਰਦ ਤੁਸੀਂ ਸ਼ੋਅ ਕੀਤਾ, ਅਸੀਂ ਹਰ ਰੋਜ਼ ਡਿਸਕਸ ਕਰਦੇ ਹਾਂ ਵੀ ਆਪਾਂ ਪਤਾ ਨਹੀਂ ਕਿਉਂ ਫਿਲਮਾਂ ਵਾਲਿਆਂ ਦੇ ਪਿੱਛੇ ਜਾ ਵੜਾਂਗੇ, ਕ੍ਰਿਕਟ ਦੇਖੀ ਜਾਵਾਂਗੇ ਜਾਂ ਹੋਰ ਕੁਝ ਨਹੀਂ, ਮੈਂ ਤਾਂ ਬਸ ਚੱਕ ਕੇ ਝੋਲਾ ਭਾਵੇਂ ਜੰਗਲ ਰਾਹੀਂ ਬਾਹਰ ਅਮਰੀਕੇ ਜਾਵਾਂ, ਮੈਂ ਤਾਂ ਜਾਊਂ। ਪਰ ਆਪਾਂ ਸਮਝਦੇ ਨਹੀਂ ਵੀ ਜਿੱਥੇ ਆਪਣੇ ਕੋਲੇ ਹੱਕ ਹੈ, ਜਿੱਥੇ ਆਪਣੇ ਕੋਲੇ ਮੌਕਾ ਹੈ, ਇਹਨੂੰ, ਜਿੱਦਾਂ ਹੁਣ ਤੁਸੀਂ ਮੈਨੂੰ ਆਹ ਗੱਲ ਦੱਸੀ, ਬੜੀ ਨਿਵੇਕਲੀ ਗੱਲ ਹੈ ਵੀ ਪੰਜਾਬ 'ਚ ਇਹੋ ਜਿਹੇ ਪਿੰਡ ਵੀ ਹੈਗੇ ਜਿੱਥੇ ਬਜ਼ੁਰਗਾਂ ਫੈਸਲਾ ਕਰਤਾ ਵੀ ਓਏ ਜਵਾਨੋ ਆਹ ਸਹੀ ਆ, ਗਲਤ ਹੈ, ਤੇ ਲੋਕ ਤੁਰਦੇ ਨੇ। ਇਹ ਜਿਹੜਾ ਇਹ ਸੋਚ ਨਹੀਂ ਹੈਗੀ, ਪੋਲੀਟੀਕਲ ਲੀਡਰਾਂ ਨੇ ਨਹਾਉਣ ਨਹੀਂ ਦੇਣੀ, ਇਹ ਤਾਂ ਗੱਲ ਕਲੀਅਰ ਹੈ ਜੀ। ਆ ਕਿਵੇਂ ਸਕਦੀ ਹੈ, ਫਿਰ ਹੱਲ ਕੀ ਹੈ? ਦੇਖੋ, ਇਹ ਤਾਂ ਮੈਂ ਸਮਝਦਾ ਅਵੇਅਰਨੈਸ ਹੀ ਹੈ। ਜਿਹੜੇ ਨੌਜਵਾਨ ਜਿਹੜੇ ਨੇ ਉਹ ਸ਼ੁਰੂਆਤ ਕਰਨ, ਇੱਕ ਨੂੰ ਦੇਖ ਕੇ ਦੂਜੇ ਨੂੰ ਜਾਗ ਲੱਗਦਾ ਜਾਊਗਾ, ਤੇ ਕਿਤੇ ਨਾ ਕਿਤੇ ਮੈਂ ਸਮਝਦਾ ਇਹ 'ਚ ਚੇਂਜਸ ਆਊਗੀ। ਤੇ ਇਹੀ ਤਰੀਕਾ ਹੈ। ਤੇ ਹੌਲੀ ਹੌਲੀ ਸਮਾਂ ਜਿਵੇਂ ਬਦਲਦਾ, ਜਿਹੜੇ ਸਾਡੇ ਬਾਹਰ NRI ਬੈਠੇ, ਉਹ ਵੀ ਦੇਖੋ ਉੱਥੇ ਉਹਨਾਂ ਨੇ ਦੇਖਿਆ ਵੀ ਸਿਸਟਮ ਕੀ ਹੈ, ਤੇ ਉਹਦਾ ਵੀ ਅਸਰ ਹੌਲੀ ਹੌਲੀ ਪੰਜਾਬ 'ਤੇ ਪਏਗਾ। ਮੈਂ ਸਮਝਦਾ ਸਿਸਟਮ ਚੇਂਜ ਹੋ ਰਿਹਾ, ਜ਼ਰੂਰ ਹੋ ਰਿਹਾ, ਇਹ ਨਹੀਂ ਹੈ ਵੀ ਬਿਲਕੁਲ ਨਹੀਂ ਚੇਂਜ ਹੋ ਰਿਹਾ। ਪਿਛਲੀ ਵਾਰੀ ਕੁਛ ਇਫੈਕਟ ਸੀਗਾ, ਅੱਜ ਹੋਰ। ਪਹਿਲਾਂ ਦੇਖੋ, ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਜੋ ਅੱਜ ਤੋਂ 10 ਸਾਲ ਪਹਿਲਾਂ ਸਿਆਸਤ ਦੇ ਵਿੱਚ ਪੈਸੇ ਦਾ ਪ੍ਰਭਾਵ ਸੀ, ਉਹ ਘਟ ਰਿਹਾ ਹੁਣ। ਇਹ ਇੱਕ ਬੜਾ ਅੱਛਾ ਸਿਗਨਲ ਹੈ ਵੀ ਜਿਹੜੀ ਹੈ ਕੁਛ ਸਾਲ ਪਹਿਲਾਂ ਜਿਹੜੀ ਇਹ ਹੋ ਗਈ ਸੀ ਵੀ ਜਿਹੜੀ ਹੈ ਜਿਹੜਾ ਜ਼ਿਆਦਾ ਪੈਸਾ ਖਰਚ ਲੂਗਾ ਉਹ ਜਿੱਤ ਜੂਗਾ, ਕਿਉਂਕਿ ਪਿੰਡਾਂ 'ਚ ਥਰਡ ਗਰੁੱਪ ਹੀ ਨਹੀਂ ਸੀਗੇ। ਹੁਣ ਤੀਜੇ ਧਿਰਾਂ ਤਿਆਰ ਹੋ ਗਈਆਂ, ਜਿਹੜੇ ਲੋਕ ਫਿਰ ਵੀ ਸੋਚਦੇ ਨੇ, ਵਿਚਾਰ ਕਰਦੇ ਨੇ। ਕੁਛ ਲੋਕ ਉਹਨਾਂ ਦੇ ਵਿੱਚੋਂ ਹੈਗੇ ਨੇ, ਖਾਸ ਤੌਰ 'ਤੇ ਜਿਹੜੇ ਪੜ੍ਹੇ ਲਿਖੇ ਨੇ। ਸੋ ਹੌਲੀ ਹੌਲੀ ਚੇਂਜਸ ਆ ਰਹੀਆਂ ਨੇ, ਬਟ ਇਹ ਚੇਂਜਸ ਮੈਨੂੰ ਲੱਗਦਾ 5-10 ਸਾਲ ਹਜੇ ਲੱਗਣਗੇ ਇਹਨੂੰ ਕੰਪਲੀਟ ਜਿਹੜਾ ਟਰਾਂਸਫਾਰਮ ਹੋਣ ਨੂੰ। ਪਰ ਇਹ ਜਿਹੜੀਆਂ ਚੇਂਜਸ ਹਮੇਸ਼ਾ, ਜਿਵੇਂ ਹੌਲੀ ਹੌਲੀ ਪਿਛਲੇ ਸਮੇਂ, ਜਿਵੇਂ ਇੱਕ ਵਾਰੀ ਪੈਸੇ ਦਾ ਅਸਰ ਵੱਧ ਗਿਆ ਸੀਗਾ,
ਜਿਹੜਾ ਹੈ ਸਾਰੀ ਚੋਣ ਹੀ ਪੈਸੇ ਦੇ ਦਾਰੋਮਦਾਰ ਰਹਿ ਗਿਆ ਸੀ। ਸੋ ਹੁਣ ਉਹ ਹੌਲੀ ਹੌਲੀ ਜਿਵੇਂ ਤੁਹਾਨੂੰ ਕਿ ਚੇਂਜ ਹੋ ਰਿਹਾ, ਇਹ ਵੀ ਜਿਹੜਾ ਪੋਲੀਟੀਕਲ ਡਿਸਕੋਰਸ ਵੀ ਮੈਂ ਸਮਝਦਾ ਸ਼ੁਰੂ ਹੋ ਜਾਏਗਾ। ਇਟ ਇਜ਼ ਜਸਟ ਮੈਟਰ ਆਫ ਟਾਈਮ। ਅੱਛਾ, ਤੁਸੀਂ ਆਮ ਆਦਮੀ ਪਾਰਟੀ ਦਾ ਇੱਕ ਦੋ ਵਾਰ ਜ਼ਿਕਰ ਕੀਤਾ ਕਿ ਵੀ ਉਹਨਾਂ ਦੇ ਨਾਲ ਵੀ ਆਪਾਂ ਜੁੜ ਸਕਦੇ ਹਾਂ। ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਹੋ ਰਹੀ ਉਸੇ ਬਿਲਕੁਲ ਉਸ ਜਗ੍ਹਾ 'ਤੇ ਨੇ, ਉਹਨਾਂ ਦੀ ਰਾਜਨੀਤੀ ਵੀ ਉਸੇ ਏਰੀਏ 'ਚ ਜਿੱਥੇ ਤੁਸੀਂ ਆਪਣੀ ਰਾਜਨੀਤੀ ਦਾ ਗੜ੍ਹ ਹੈ ਤੁਹਾਡਾ। ਇੱਥੇ ਜੇ ਤਾਂ ਮਿਲ ਕੇ ਚੱਲਣ ਵਾਲੀ ਗੱਲ ਆ ਜਾਵੇ ਤਾਂ ਫਿਰ ਤਾਂ ਚਲੋ ਕੁਛ ਨਾ ਕੁਛ ਮੈਨੂੰ ਹੀ ਸਮਝ ਆਉਂਦੀ ਵੀ ਗੱਲ ਨਿਕਲ ਸਕਦੀ ਹੈ, ਪਰ ਜੇ ਉਹ ਵਿਰੋਧ 'ਚ ਹੀ ਰਹਿ ਗਈ ਤਾਂ ਫਿਰ ਜਿੱਦਾਂ ਬਾਕੀ ਪੰਜਾਬ ਦੇ ਵਿੱਚ ਤਾਂ ਜੇ ਹੁਣ ਪਹਿਲਾਂ 2 ਪੋਲੀਟੀਕਲ ਪਾਰਟੀਆਂ ਸੀ, ਇੱਕ ਭਾਜਪਾ ਹੋ ਗਈ, 3 ਹੋ ਜਾਣਗੀਆਂ, ਤੁਹਾਡੇ ਏਰੀਏ 'ਚ ਤਾਂ 4 ਹੋ ਜਾਣੀਆਂ, ਫਿਰ ਉਸ ਹਿਸਾਬ ਨਾਲ ਤਾਂ ਫਿਰ ਲੜਾਈ ਹੋਰ ਜ਼ਿਆਦਾ ਵੱਧ ਜੂਗੀ। ਦੇਖੋ ਉਹ ਤਾਂ ਅੱਗੇ ਕੀ ਜਿਵੇਂ ਤੁਹਾਨੂੰ ਕਿਹਾ ਵੀ ਕੀ ਹੈ, ਅਸੀਂ ਕੋਈ ਇਕੱਲੀ ਆਮ ਨਹੀਂ, ਅਸੀਂ ਤਾਂ ਚਾਹੁੰਦੇ ਵੀ ਸਾਰੀ ਜਿਹੜੇ ਨੇ ਜਿਹੜੇ ਲੋਕ ਇੱਕ ਪੋਜ਼ਿਟਿਵਿਟੀ ਚਾਹੁੰਦੇ ਆ ਪੋਲੀਟਿਕਸ ਦੇ ਵਿੱਚ, ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਗੱਲ ਹੋਈ ਉਹੀ ਅਲਟੀਮੇਟਲੀ ਇਹ ਤਾਂ ਦੇਖੋ ਬੈਠ ਕੇ ਫੈਸਲੇ ਹੁੰਦੇ ਨੇ ਕੀ ਹੋਣਾ ਕੀ ਨਹੀਂ ਹੋਣਾ, ਕਿਉਂਕਿ ਕੋਈ ਇੱਕੋ ਬੰਦੇ ਦਾ ਕੋਈ ਜੇ ਮੈਂ ਕਹਾਂ ਸਿਰਫ ਇੱਕ ਬੰਦੇ ਦਾ ਤਾਂ ਨਹੀਂ, ਆਖਰ ਸਾਰੀਆਂ ਧਿਰਾਂ ਮੰਨਣਗੀਆਂ ਤਾਂ ਹੀ ਉੱਥੇ ਤੁਰਿਆ ਜਾ ਸਕਦਾ। ਕੋਈ ਮੇਰੇ ਇਕੱਲੇ ਕਹਿਣ ਨਾਲ ਤਾਂ ਹੈ ਨਹੀਂ, ਮੈਂ ਤਾਂ ਇੱਕ ਭਾਵਨਾ ਦੱਸੀ ਆ। ਨਹੀਂ ਤੁਹਾਡੀ ਭਾਵਨਾ ਸਹੀ ਆ। ਮੈਂ ਨਾ ਜਦੋਂ ਤੁਸੀਂ ਇਹ ਗੱਲ ਕੀਤੀ ਵੀ ਯਾਰ ਸਾਰੇ ਬੰਦੇ ਕਹਿਣਗੇ, ਫਿਰ ਮੈਨੂੰ ਅਚਾਨਕ ਗੱਡੀ ਯਾਦ ਆ ਗਈ, ਤੇ ਗੱਡੀ ਦੇ ਨਾਲ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਯਾਦ ਆ ਗਏ ਵੀ ਹੁਣ ਉਹਨਾਂ ਨੂੰ ਬਿਠਾ ਕੇ ਜਦੋਂ ਆਪਾਂ ਆਮ ਆਦਮੀ ਪਾਰਟੀ ਨਾਲ ਗੱਲ ਕਰਾਂਗੇ ਫਿਰ ਹੋਰ ਖਲਾਰਾ ਪਊਗਾ। ਪਰ ਇਹ ਜਿਹੜੇ ਨਿੱਕੇ ਨਿੱਕੇ ਰੋਸੇ ਨੇ ਲੀਡਰ ਛੱਡ ਨਹੀਂ ਸਕਦੇ ਵੱਡੇ ਹਿੱਤਾਂ ਦੇ ਲਈ, ਪੰਜਾਬ ਦੇ ਲਈ। ਦੇਖੋ ਮੇਰਾ ਮੰਨਣਾ ਇਹ ਹੈ ਵੀ ਸਭ ਨੂੰ ਅਲਟੀਮੇਟਲੀ ਇਹ ਛੱਡਣਾ ਪਊਗਾ। ਤੇ ਇਸ ਇੱਕ ਨਹੀਂ ਤਾਂ ਜ਼ਿਆਦਾ ਤਾਂ ਬੰਦੇ ਤਿਆਗ ਦਿਖਾ ਹੀ ਸਕਦੇ ਨੇ। ਮੈਂ ਕਹਿਣਾ, ਮੈਂ ਇੱਕ ਸੁਖਪਾਲ ਸਿੰਘ ਖਹਿਰਾ ਦੀ ਸਟੇਟਮੈਂਟ ਸੁਣੀ ਸੀ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ। ਉਹਨਾਂ ਦੀ ਬੜੀ ਵਧੀਆ ਗੱਲ ਉਹਨੇ ਕਹੀ ਵੀ ਮੈਂ ਪਿੱਛੇ ਲੱਗ ਕੇ ਕਰਨ ਨੂੰ ਤਿਆਰ ਹਾਂ ਪੰਜਾਬ ਦੇ ਭਲੇ ਵਾਸਤੇ। ਸੋ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਆਪਦਾ ਇੱਕ ਸੈਂਟੀਮੈਂਟ ਦਿਖਾਤਾ ਵੀ ਮੈਨੂੰ ਕੋਈ ਚੌਧਰ ਦੀ ਲੋੜ ਨਹੀਂ ਹੈ, ਵੀ ਮੈਂ ਚਾਹੇ। ਸੋ ਇੱਕ ਬੰਦਾ ਇੱਕ ਆਪਦੀ ਇੰਟੈਂਸ਼ਨ ਹੀ ਸ਼ੋਅ ਕਰ ਸਕਦਾ। ਸੋ ਅਸੀਂ ਵੀ, ਮੈਂ ਵੀ ਇਸ ਗੱਲ ਹੀ ਕਹਿਣਾ ਵੀ ਅਸੀਂ ਵੀ ਇਸ ਗੱਲ ਹੀ ਸਹਿਮਤ ਹਾਂ ਵੀ ਸਾਨੂੰ ਕੋਈ ਮੂਹਰੇ ਲੱਗਣ ਦਾ ਚਾਅ ਨਹੀਂ ਹੈ। ਅਸੀਂ ਤਾਂ ਜੇ ਕੋਈ ਚੀਜ਼ ਚੰਗਾ ਚੀਜ਼ ਨਿਕਲਦੀ ਹੈ ਤਾਂ ਵੀ ਕੈਨ ਬੀ ਪਾਰਟ ਆਫ ਇਟ। ਸੋ ਇਟ ਇਜ਼, ਜੇ ਸਾਰੀ ਹੌਲੀ ਹੌਲੀ ਇੰਟੈਂਸ਼ਨਾਂ ਹੋਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਬਿਲਕੁਲ ਚੰਗੇ ਸਾਰਥਕ ਰਿਜ਼ਲਟ ਨਿਕਲ ਸਕਦੇ ਨੇ ਉਹਦੇ ਵਿੱਚ। ਲਓ ਜੀ, ਮੈਂ ਇੱਕ ਵਾਰ ਕਲੀਅਰ ਕਰਦੇ ਹਾਂ ਕਿਉਂਕਿ ਢੀਂਡਸਾ ਸਾਹਿਬ ਨੇ ਤਾਂ ਗੱਲ ਥੋੜ੍ਹੀ ਜਿਹੀ ਰਾਜਨੀਤੀ ਦੇ ਹਿਸਾਬ ਨਾਲ ਕੀਤੀ ਹੈ। ਜਿੰਨੇ ਵੀ ਪੋਲੀਟੀਕਲ ਲੀਡਰ ਪੰਜਾਬ ਦਾ ਭਲਾ ਚਾਹੁੰਦੇ ਨੇ, ਜੇ ਉਹਨਾਂ ਨੂੰ ਲੱਗਦਾ ਕਿ ਵੀ ਜਿਹੜੀ ਪਹਿਲੀ ਰਵਾਇਤੀ ਰਾਜਨੀਤੀ ਸੀ ਜਾਂ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਤੋਂ ਵੱਖ ਹੋ ਕੇ ਜੇ ਕੁਛ ਰਸਤਾ ਦੇਣਾ ਤਾਂ ਫਿਰ ਥੋੜ੍ਹੀ ਈਗੋ ਘਰੇ ਰੱਖ ਕੇ ਜਾਣੀ ਪੈਣੀ ਹੈ, ਫਿਰ ਮਸਲਾ ਹੱਲ ਹੋ ਸਕਦਾ। ਚਲੋ ਇਹ ਤਾਂ ਹੁਣ ਅਗਲੀ ਗੱਲ ਚੱਲੂਗੀ ਨਹੀਂ ਚੱਲੂਗੀ ਇਹ ਤਾਂ ਦੱਸੂਗਾ ਸਮਾਂ। ਇੱਕ ਢੀਂਡਸਾ ਸਾਹਿਬ, ਮੈਂ ਤੁਹਾਡੇ ਕੋਲੋਂ ਪੁੱਛਣੀ ਸੀ ਗੱਲ ਕਿ ਵੀ ਅਕਾਲੀ ਦਲ ਜਿਹੜਾ ਹੈ ਇਸ ਵਕਤ ਉਹਨੂੰ 100 ਸਾਲ ਹੋਣ ਲੱਗੇ ਨੇ। ਤੁਹਾਡੀ ਜਥੇਬੰਦੀ ਵੱਲੋਂ ਕਿਹਾ ਗਿਆ, ਸ਼੍ਰੋਮਣੀ ਅਕਾਲੀ ਦਲ ਤੁਸੀਂ ਵੀ ਕਹਿੰਦੇ ਹੋ, ਸ਼੍ਰੋਮਣੀ ਅਕਾਲੀ ਦਲ ਨੇ ਵੀ 100 ਸਾਲ ਮਨਾਉਣੇ ਆ, ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਮਨਾਉਣੇ ਆ, ਹੋਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੇ ਵੀ 100 ਸਾਲ ਮਨਾਉਣੇ। ਉਹਦੇ ਲਈ ਤਿਆਰੀਆਂ ਪਹਿਲਾਂ ਤਾਂ ਉਹਦੀ ਗੱਲ ਕਰ ਲਓ, ਅਤੇ ਫਿਰ 100 ਸਾਲ ਬਾਅਦ ਆਪਾਂ ਖੜ੍ਹੇ ਕਿੱਥੇ ਆ ਉਹਦੀ ਗੱਲ ਵੀ ਕਰ ਲਈਏ। ਦੇਖੋ ਤਿਆਰੀਆਂ ਤਾਂ ਅਸੀਂ ਮੀਟਿੰਗਾਂ ਕੀਤੀਆਂ, ਸਾਰੇ ਜਿੰਨੀਆਂ ਦੀ ਮੀਟਿੰਗਾਂ ਕਰਕੇ ਕਿਸ ਰੂਪ 'ਚ ਫੰਕਸ਼ਨ ਕਰਨੇ ਨੇ ਉਹਦਾ ਅਸੀਂ ਹਜੇ ਤੈਅ ਕਰਨਾ। ਅਤੇ ਪਰ ਦੇਖੋ ਮੈਂ ਇੱਕ ਗੱਲ ਕਹਿਣਾ ਵੀ ਅਕਾਲੀ ਦਲ ਤੋਂ ਬੈਟਰ ਪੰਜਾਬ ਵਾਸਤੇ ਕੋਈ ਸੋਚ ਨਹੀਂ। ਜੋ ਅਕਾਲੀ ਸੋਚ ਹੈ, ਇੱਕ ਵਿਚਾਰਧਾਰਾ ਸੀ, ਜਿਹੜੀ ਸਿਧਾਂਤ ਸੀ ਅਕਾਲੀ ਦਲ ਦਾ, ਉਹਦੇ ਨਾਲੋਂ ਪੰਜਾਬ ਵਾਸਤੇ ਕੋਈ ਬਿਹਤਰ ਨਹੀਂ ਹੈ ਸਿਧਾਂਤ ਜੀ। ਸਾਡੇ 'ਚ ਇਹ ਹੈ ਵੀ ਅਸੀਂ ਸਾਰੇ ਉਹ ਸਿਧਾਂਤ ਤੋਂ ਕਿਤੇ ਨਾ ਕਿਤੇ ਤਿੜਕ ਗਏ। ਅੱਜ ਲੋੜ, ਜੇ ਅਸੀਂ 100 ਸਾਲਾ ਮਨਾ ਰਹੇ ਹਾਂ, ਅਕਾਲੀ ਦਲ ਮੈਂ ਸਮਝਦਾ 100 ਸਾਲਾਂ ਦੇ ਵਿੱਚ ਅੱਜ ਇਸ 'ਚ ਕੋਈ ਦੋ ਰਾਏ ਨਹੀਂ, ਅਸੀਂ ਬੜੀ ਕਮਜ਼ੋਰ ਸਥਿਤੀ 'ਚ ਆ ਗਏ। ਅਤੇ ਉਹਨੂੰ ਦੁਬਾਰੇ ਉਹ ਸਿਧਾਂਤਾਂ 'ਤੇ ਚੱਲਣ ਦਾ ਸਾਨੂੰ ਤਹਈਆ ਕਰਨਾ ਪੈਣਾ ਵੀ ਅਸੀਂ ਇੱਕ ਵਚਨਬੱਧਤਾ ਦੁਹਰਾਈਏ ਵੀ ਅਸੀਂ ਉਹਨਾਂ ਸਿਧਾਂਤਾਂ 'ਤੇ ਪਹਿਰਾ ਦੇਣਾ। ਕਿਉਂਕਿ ਜੋ ਅਸੀਂ ਸਾਰੇ ਜਿਹੜੇ ਫੈਸਲੇ ਨਿਜਵਾਦ ਦੇ ਹੱਥ ਵਿੱਚ ਰੱਖ ਕੇ ਆਪਦੀ ਸਿਰਫ ਪੋਲੀਟੀਕਲ ਪਾਵਰ ਜਿਹੜਾ ਹੈ ਗੇਨ ਕਰਨ ਲਈ ਅਸੀਂ ਸਿਧਾਂਤਾਂ ਦੇ ਉਲਟ ਫੈਸਲੇ ਕਰੇ, ਉਹਦੇ ਨਾਲ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋਇਆ। ਅਲਟੀਮੇਟਲੀ ਇਹ ਗੱਲ ਸਮਝਣ ਦੀ ਲੋੜ ਹੈ ਵੀ ਜਿਹੜੀ ਪਾਰਟੀ ਆਪਦੀ ਸਿਧਾਂਤਾਂ ਦੇ, ਸਿਧਾਂਤ ਜੜ ਹੁੰਦੇ ਨੇ ਪਾਰਟੀ ਦੇ, ਜੇ ਉਹ ਪਾਰਟੀ ਉਹ ਤੋਂ ਥਿੜਕ ਗਈ ਤਾਂ ਉਹ ਇੱਕ ਦਰਖਤ ਜਿਹੜਾ ਹੈ ਜੇ ਖੜਾ ਹੈ, ਜੇ ਉਹਦੇ ਜੜ੍ਹਾਂ ਹੀ ਨਹੀਂ, ਉਹ ਹਨੇਰੀ ਨੇ ਆਉਣਾ ਉਹਨੂੰ ਉਹਦੀ ਉਖਾੜ ਦੇਣਾ ਹੈਗਾ। ਸੋ ਇਹੀ ਗੱਲ ਜਿਹੜੀ ਅਕਾਲੀ ਦਲ ਦੀ ਹੈ। ਸੋ ਹੁਣ ਅਸੀਂ ਆਪਦੇ ਵੱਲੋਂ ਤਾਂ ਇਹੀ ਲੈ ਕੇ ਚੱਲੇ ਹਾਂ ਮਿਸ਼ਨ, ਵੀ ਅਸੀਂ ਉਹਨਾਂ ਸਿਧਾਂਤਾਂ ਨੂੰ ਮੁੱਖ ਰੱਖ ਕੇ ਅਸੀਂ ਉਹ 'ਤੇ ਪਹਿਰਾ ਦਈਏ ਅਤੇ ਪੰਜਾਬ ਦੇ ਹਿੱਤ, ਪੰਥਕ ਹਿੱਤ ਉਹਨਾਂ ਨੂੰ ਮੂਹਰੇ ਰੱਖੀਏ
ਤੇ ਫਿਰ ਹੀ ਜਿਹੜਾ ਅੱਗੇ ਸਮਾਂ ਚੱਲਦਾ। ਸੱਤਾ ਆਵੇ ਨਾ ਆਵੇ, ਅਕਾਲੀ ਦਲ ਕੋਲ ਜਦ ਅਕਾਲੀ ਦਲ ਬਣਿਆ ਸੀ ਉਦੋਂ ਕਿਹੜਾ ਅਕਾਲੀ ਦਲ ਕੋਲ ਸੱਤਾ ਸੀ। ਪਰ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਇੱਕੋ ਹੀ ਤਰੀਕਾ ਹੈ ਵੀ ਅਸੀਂ ਆਪਦੇ ਸਿਧਾਂਤਾਂ ਤੇ ਖੜੀਏ, ਉਹ ਸਭ ਤੋਂ ਜ਼ਰੂਰੀ ਹੈ। ਭਾਜਪਾ ਦੇ ਨਾਲ ਕਰਨਾ ਇੱਕ ਭਾਜਪਾ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਚਰਚਾ ਚੱਲੀ ਸੀ ਕਿ ਵੀ ਸ਼ਾਇਦ ਵੱਡੀ ਢੀਂਡਸਾ ਸਾਹਿਬ ਭਾਜਪਾ ਦੇ ਸੰਪਰਕ 'ਚ ਨੇ, ਤੇ ਹੋ ਸਕਦਾ ਵੀ ਭਾਜਪਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਸੇ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਢੀਂਡਸਾ ਸਾਹਿਬ ਨੇ ਬਣਾਇਆ, ਤੁਹਾਡੀ ਪਾਰਟੀ ਹੈ, ਉਹਦੇ ਨਾਲ ਅਲਾਇੰਸ ਕਰ ਲਵੇ। ਇਹਦੇ ਅਸਾਰ ਚਾਂਸ ਬਿਲਕੁਲ ਗਲਤ ਜਾਣ ਬੁੱਝ ਕੇ ਇਹ ਗੱਲਾਂ ਜਿਹੜੀਆਂ ਨੇ ਇਹ ਅਕਾਲੀ ਦਲ ਬਾਦਲ ਦੇ ਵਿੱਚੋਂ ਹੀ ਇਹ ਨਿਕਲ ਰਹੀਆਂ, ਉਹ ਫੈਲਾ ਰਹੇ ਨੇ। ਢੀਂਡਸਾ ਸਾਹਿਬ ਦੇ ਪਰਸਨਲ ਰਿਲੇਸ਼ਨ, ਕਿਉਂਕਿ ਅਕਾਲੀ ਦਲ ਦਾ ਤੇ ਭਾਜਪਾ ਦਾ ਅਲਾਇੰਸ ਸੀ, ਤੇ ਢੀਂਡਸਾ ਸਾਹਿਬ 1997 ਤੋਂ ਕੋਈ ਵੀ ਨੈਗੋਸ਼ੀਏਸ਼ਨਸ ਹੁੰਦੀਆਂ ਸੀ, ਚਾਹੇ ਸੀਟਾਂ ਦੀ ਦੇਣ ਲੈਣਾ ਹੋਰ ਹੈ, ਉਹਦੇ ਵਿੱਚ ਉਸ ਗਰੁੱਪ ਦੇ ਮੁਖੀ ਹੁੰਦੇ ਸੀ ਜੀ। ਸੋ ਉਹਨਾਂ ਦਾ ਰਾਬਤਾ ਜ਼ਰੂਰ ਸੀ, ਸਾਰਿਆਂ ਨਾਲ ਚੰਗੇ ਸੰਬੰਧ ਸੀ, ਪਰ ਉਹਦਾ ਮਤਲਬ ਉਹ ਤਾਂ ਵੱਡਾ ਹੀ ਸੀ ਕਿਉਂਕਿ ਸਾਡਾ ਅਲਾਇੰਸ ਸੀ। ਪਰ ਮੈਂ ਜੇ ਕਹਾਂ ਵੀ ਭਾਜਪਾ ਨਾਲ ਅਸੀਂ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਕੋਈ ਸਮਝੌਤਾ ਕਰਨ ਲਈ ਮਤਲਬ ਹੀ ਨਹੀਂ ਪੈਦਾ ਹੁੰਦਾ। ਸਾਡਾ ਨਿਸ਼ਾਨਾ, ਸਾਡੀ ਏਮ, ਜਿਵੇਂ ਤੁਹਾਨੂੰ ਦੱਸਿਆ ਵੀ ਜੇ ਅਸੀਂ ਅੱਜ ਭਾਜਪਾ ਦਾ ਸੋਚੀਏ ਵੀ ਤਾਂ ਅਸੀਂ ਆਪਦੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਦੇ ਬਿਲਕੁਲ ਉੱਟ ਜਾ ਰਹੇ ਹੋਵਾਂਗੇ। ਸਾਨੂੰ ਤਾਂ ਕੋਈ ਵੀ ਪਾਰਟੀ ਜਿਹੜੀ ਕੇਂਦਰ ਦੀ ਹੈ, ਜੇ ਉਹ ਸਾਨੂੰ ਇਹ ਵਿਸ਼ਵਾਸ ਦਿਵਾਵੇ ਵੀ ਅਸੀਂ ਜਿਹੜੇ ਤੁਹਾਡੇ ਏਜੰਡਾ ਨੇ, ਚਾਹੇ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਹੈ ਜਿਹੜੇ ਇਹਨਾਂ ਨੇ ਉਲਟ ਕਰਤਾ, ਚਾਹੇ ਮਾਈਨੋਰਟੀਜ਼ ਦੀ ਪ੍ਰੋਟੈਕਟ ਕਰਨ ਦੀ ਗੱਲ ਹੈ, ਉਹਨਾਂ ਦੇ ਅਧਿਕਾਰਾਂ ਦੀ ਗੱਲ ਹੈ, ਚਾਹੇ ਸਾਡਾ ਪੰਜਾਬ ਸੂਬੇ ਦੇ ਅਧਿਕਾਰਾਂ ਦੀ ਗੱਲ ਹੈ, ਜਿਹੜੇ ਸਾਡੇ ਨਾਲ ਪਾਣੀ ਨੇ, ਹੋਰ ਮਸਲੇ ਨੇ, ਜੇ ਉਹ ਕੋਈ ਪਾਰਟੀ ਸਾਨੂੰ ਸ਼ੋਰ ਕਰੇਗੀ ਤਾਂ ਅਸੀਂ ਸੋਚ ਸਕਦੇ ਹਾਂ ਕਿਸੇ ਵੀ ਪਾਰਟੀ ਨਾਲ। ਪਰ ਉਸ ਤੋਂ ਇਲਾਵਾ ਮੈਂ ਸਮਝਦਾ ਪਰਸਨਲ ਰਿਲੇਸ਼ਨ ਹੋਰ ਚੀਜ਼ ਹੁੰਦੀ ਹੈ, ਪਰ ਜਿਹੜੀ ਪਾਰਟੀ ਦੇ ਵਿੱਚ ਅੱਜ ਤਾਂ ਸਾਡੇ ਤਾਂ ਪਰਸਨਲ ਰਿਲੇਸ਼ਨ ਤਾਂ ਸਾਰੇ ਨਾਲ ਹੀ ਠੀਕ ਨੇ। ਕੋਈ ਮੇਰੇ ਚਾਹੇ ਮੈਂ ਕਾਂਗਰਸ ਦੇ ਆਗੂਆਂ ਨਾਲ ਵੀ ਨੇ, ਸਾਰਿਆਂ ਨਾਲ ਸਾਡੇ ਰਿਲੇਸ਼ਨ ਨੇ, ਪਰ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਕਿਸ ਦੇ ਨਾਲ ਹੋਗੇ। ਕੋਈ ਬੰਦਾ ਸਾਬਿਤ ਕਰਦੇ ਵੀ ਜਦ ਢੀਂਡਸਾ ਸਾਹਿਬ ਨੇ ਜਦ ਦੀ ਅਕਾਲੀ ਦਲ ਨੂੰ ਜਿਹੜਾ ਹੈ ਪਾਸੇ ਹੋਇਆ, ਕੋਈ ਬੀਜੇਪੀ ਨਾਲ ਕਿਸੇ ਤਰ੍ਹਾਂ ਦੀ ਕੋਈ ਵਾਰਤਾ ਹੋਈ ਹੋਵੇ, ਕੋਈ ਬੀਜੇਪੀ ਨਾਲ ਅਸੀਂ ਕੋਈ ਇਕੱਠੇ ਚੱਲਣ ਦੀ ਵੀ ਗੱਲ ਤੁਰੀ ਹੋਵੇ, ਇਹ ਸਾਰੀਆਂ ਅਫਵਾਹਾਂ। ਪਹਿਲਾਂ ਜਿਹੜਾ ਹੈ ਬਾਦਲ ਦਲ ਉਹ ਕਹਿੰਦੇ ਰਹੇ ਜੀ ਜਿੰਨਾ ਚਿਰ ਉਹਨਾਂ ਦਾ ਭਾਜਪਾ ਨਾਲ ਸਮਝੌਤਾ ਸੀ ਇਹ ਤਾਂ ਜੀ ਕਾਂਗਰਸ ਦੀ ਬੀ ਟੀਮ ਹੈ, ਇਹੀ ਕਹਿੰਦੇ ਰਹੇ। ਤੁਹਾਨੂੰ ਉਹਨਾਂ ਦੀ ਸਟੇਟਮੈਂਟਾਂ ਸੁਣੀਆਂ। ਹੁਣ ਜਦ ਉਹਨਾਂ ਦਾ ਬੀਜੇਪੀ ਨਾਲ ਟੁੱਟ ਗਿਆ, ਹੁਣ ਉਹ ਕਹਿੰਦੇ ਜੀ ਬੀਜੇਪੀ ਦੀ ਬੀ ਟੀਮ ਹੈ। ਉਹਨਾਂ ਨੇ ਤਾਂ ਕਹਿਣਾ ਹੈਗਾ। ਮੈਂ ਤੁਹਾਨੂੰ ਇੱਕ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਵੀ ਸਾਡਾ ਉਹਨਾਂ ਦੇ ਨਾਲ ਅਲਾਇੰਸ ਦਾ ਜਾਂ ਕੋਈ ਇੱਕ ਪੈਸੇ ਦਾ ਵੀ ਕੋਈ ਅੱਜ ਤੱਕ ਨਾ ਡਿਸਕਸ਼ਨ ਹੋਈ ਹੈ ਤੇ ਨਾ ਹੀ ਸਾਡੇ ਮਨ ਦੀ ਕੋਈ ਹੈਗੀ ਹੈ ਵੀ ਅਸੀਂ ਉਹਨਾਂ ਨਾਲ ਕਰੀਏ। ਬਿਲਕੁਲ ਸਹੀ। ਸਾਹਿਬ ਹੁਣ ਸਮਾਂ ਲਗਭਗ ਸਮਾਪਤੀ ਵਾਲੇ ਪਾਸੇ ਆ। ਮੈਂ ਕੋਈ ਗੱਲ ਪੁੱਛਣੀ ਭੁੱਲ ਗਿਆ ਹੋਵਾਂ, ਤੁਹਾਡੇ ਦਿਲ 'ਚ ਹੋਵੇ, ਚਾਹੇ ਕੇਂਦਰ ਸਰਕਾਰ ਨਾਲ ਰਿਲੇਟਡ, ਪੰਜਾਬ ਸਰਕਾਰ ਨਾਲ ਰਿਲੇਟਡ, ਵਿਰੋਧੀਆਂ ਨਾਲ ਰਿਲੇਟਡ, ਆਪਣੀ ਪਾਰਟੀ ਨਾਲ ਰਿਲੇਟਡ, ਪੰਜਾਬੀਆਂ ਨੂੰ ਕੋਈ ਕੁਛ ਕਹਿਣਾ ਹੋਵੇ ਤਾਂ ਜ਼ਰੂਰ ਕਹੋ ਜੀ। ਦੇਖੋ, ਮੈਂ ਤਾਂ ਇਹੀ ਕਹਾਂਗਾ ਵੀ ਸਾਡੀ ਜੋ ਪੰਜਾਬ ਦੀ ਸਿਆਸਤ ਹੈ ਬੜੇ ਇੱਕ ਅਹਿਮ ਦੌਰ ਦੇ ਵਿੱਚੋਂ ਲੰਘ ਰਹੀ ਹੈ। ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਣਾ ਤੇ ਉਹਦੇ ਵਿੱਚ ਨੌਜਵਾਨਾਂ ਨੇ ਬਹੁਤ ਵੱਡਾ ਰੋਲ ਅਦਾ ਕਰਨਾ ਹੈਗਾ। ਇੱਕ ਤਾਂ ਜਿਵੇਂ ਤੁਹਾਨੂੰ ਪਹਿਲਾਂ ਕਹੀ ਹੈ, ਨੌਜਵਾਨ ਨੂੰ ਪੋਲੀਟੀਕਲ ਜਦ ਤੱਕ ਉਸ ਸਿਸਟਮ ਦੇ ਵਿੱਚ ਇਨਵੋਲਵ ਨਹੀਂ ਹੋਣਗੇ ਜੀ, ਉਹਨਾਂ ਚਿਰ ਉਸ ਡਿਸਕੋਰਸ ਦਾ ਹਿੱਸਾ ਨਹੀਂ ਬਣ ਸਕਦੇ। ਅੱਜ ਜਿਹੜਾ ਸਾਡਾ ਨੌਜਵਾਨ ਹੈ ਬੜਾ ਅਲੂਫ ਹੈ ਪੋਲੀਟਿਕਸ ਤੋਂ। ਉਹ ਜਾਂ ਤਾਂ ਉਹਦੀ ਫਰਸਟ੍ਰੇਸ਼ਨ ਕਹਿ ਲਓ ਜਾਂ ਉਹਦੀ ਮਾਯੂਸੀ ਕਹਿ ਲਓ ਸਿਆਸਤਦਾਨਾਂ ਤੋਂ। ਪਰ ਜੇ ਉਹ ਚੇਂਜ ਲਿਆਉਣਾ ਚਾਹੁੰਦੇ ਆ ਤਾਂ ਫਿਰ ਉਹ ਚੇਂਜ ਦਾ ਹਿੱਸਾ ਉਹਨਾਂ ਨੂੰ ਜ਼ਰੂਰ ਬਣਨਾ ਪਏਗਾ। ਤੇ ਸਾਡੀ ਅੱਜ ਜਿਹੜੀ ਹੁਣ ਤੱਕ ਪੰਜਾਬ ਦੀ ਸਿਆਸਤ ਹੈ, ਅਸੀਂ ਮੈਨੀਫੈਸਟੋ ਬਣਾਉਣੇ ਚੋਣਾਂ ਦੇ ਵਿੱਚ, ਉਹ ਸਿਰਫ ਇਸ ਚੀਜ਼ 'ਤੇ ਕੇਂਦਰਿਤ ਹੋ ਗਈ ਵੀ ਜੀ ਅਸੀਂ ਆਹ ਤੁਹਾਨੂੰ ਸਹੂਲਤ ਦੇਵਾਂਗੇ, ਤੁਹਾਨੂੰ ਆਹ ਅਸੀਂ ਇੰਨੀ ਪੈਨਸ਼ਨ ਦੇਵਾਂਗੇ, ਇੰਨੀ ਤੁਹਾਡੀ ਸ਼ਗਨ ਸਕੀਮ ਕਰ ਦਾਂਗੇ। ਸਿਰਫ ਡੋਲਸ ਜਿਹੜੀਆਂ ਨੇ ਇੱਕ ਲਾਲਚ ਦੇਣਾ ਲੋਕਾਂ ਨੂੰ, ਉਸ ਤੱਕ ਸੀਮਿਤ ਰਹੇਗੀ। ਅਸੀਂ ਕੰਸਟਰਕਟਿਵ ਜਿਵੇਂ ਇੱਕ ਪੋਜ਼ੀਟਿਵ ਵੀ ਅਸੀਂ ਕੀ ਸੁਧਾਰ, ਪ੍ਰਸ਼ਾਸਨਿਕ ਸੁਧਾਰ ਕੀ ਲੈ ਕੇ ਆਵਾਂਗੇ, ਕੀ ਅਸੀਂ ਪਾਰਦਰਸ਼ਤਾ ਲੈ ਕੇ ਆਵਾਂਗੇ, ਕੀ ਕਰਪਸ਼ਨ ਨੂੰ ਖਤਮ ਕਰਾਂਗੇ, ਕੀ ਆਮ ਬੰਦੇ ਨੂੰ ਬਿਨਾਂ ਸਿਫਾਰਿਸ਼ ਤੋਂ ਥਾਣੇ ਦੇ ਵਿੱਚ ਉਹਦਾ ਕੰਮ ਹੋਵੇ, ਬਿਨਾਂ ਸਿਫਾਰਿਸ਼ ਤੋਂ ਉਹਦਾ ਜਿਹੜਾ ਹੈ ਤਹਿਸੀਲ ਦੇ ਵਿੱਚ ਕੰਮ ਹੋਵੇ, ਉਹਦਾ ਹੋਰ ਦਫ਼ਤਰਾਂ ਵਿੱਚ ਕੰਮ ਹੋਵੇ, ਕੀ ਅਸੀਂ ਇਹ ਚੀਜ਼ ਨੂੰ ਲਿਆ ਸਕਦੇ ਹਾਂ? ਕਿਸ ਤਰੀਕੇ ਨਾਲ ਅਸੀਂ ਜਿਹੜਾ ਹੈ ਪੰਜਾਬ ਦਾ ਸਿਸਟਮ ਸੁਧਾਰਾਂਗੇ? ਆਖਰ ਹਰ ਚੀਜ਼ ਫਾਈਨੈਂਸਿਸ ਤੋਂ ਚੱਲਦੀ ਹੈ ਜੀ। ਜੇ ਅਸੀਂ ਕੋਈ ਸਹੂਲਤ ਦੇਣੀ ਹੈ, ਉਹ ਫਾਈਨੈਂਸਿਸ ਵੀ ਸਾਡੇ ਤਾਂ ਹੀ ਠੀਕ ਹੋਣਗੇ ਜੇ ਸਾਡੇ 'ਚ ਪਾਰਦਰਸ਼ਤਾ ਹੋਊਗੀ। ਬਿਲਕੁਲ। ਜੇ ਅਸੀਂ ਜਿਹੜਾ ਹੈ ਹਰ ਕੰਮ ਦੇ ਵਿੱਚ ਪਾਰਦਰਸ਼ਤਾ ਲਿਆਵਾਂਗੇ ਤਾਂ ਮੈਂ ਸਮਝਦਾ ਅਫਸਰ ਦੀ ਕਿਸੇ ਦੀ ਮਜਾਲ ਨਹੀਂ ਵੀ ਉਹ ਗਲਤ ਕੰਮ ਕਰੇ। ਜੇ ਗਲਤ ਕਰਦੇ ਆ, ਹੌਲੀ ਹੌਲੀ ਉਹਨਾਂ ਨੂੰ
ਜਿਹੜਾ ਹੈ ਸਰਕਾਰ ਦਾ ਜਿਹੜਾ ਡੰਡਾ ਹੈ ਉਹ ਤੋਂ ਉਹ ਸੁਧਾਰ ਆਏਗਾ। ਪਰ ਸਾਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ ਉਹ ਜਦ ਤੱਕ ਆਪਦੇ ਵਿੱਚ ਸੁਧਾਰ ਨਹੀਂ ਲਿਆਊਗੀ ਉਹਨਾਂ ਚਿਰ ਨਹੀਂ ਅਸੀਂ ਕਰ ਸਕਦੇ। ਇੱਕ ਤਾਂ ਉਹ ਲਿਆਉਣ ਦੀ ਲੋੜ ਹੈ, ਇੱਕ ਏਜੰਡਾ ਸਾਡਾ ਜਿਹੜਾ ਹੈ ਸਿਸਟਮ ਨੂੰ ਸੁਧਾਰਨ ਵੱਲ ਜ਼ਿਆਦਾ ਹੋਣਾ ਚਾਹੀਦਾ, ਨਾ ਕਿ ਅਸੀਂ ਆਹ ਸਹੂਲਤ ਦੇਣੀ ਹੈ, ਆਹ ਅਸੀਂ ਵੰਡਣਾ ਹੈ, ਆਹ ਕਰਾਂਗੇ। ਉਹ ਤਾਂ ਪਹਿਲੀ ਤਾਂ ਗੱਲ ਤੋਂ ਪੂਰਾ ਹੀ ਕੋਈ ਨਹੀਂ ਕਰਦਾ। ਉਹ ਇੱਕ ਲੋਕਾਂ ਨਾਲ ਮੈਂ ਸਮਝਦੇ ਹੋ ਇੱਕ ਫਰਾਡ ਹੋ ਜਾਂਦਾ ਹੈਗਾ। ਬਿਲਕੁਲ ਸਹੀ। ਪਰ ਦੇਖੋ ਦੇਖੀ ਸਾਰੇ ਕਰਦੇ, ਜਦ ਇੱਕ ਨੇ ਐਲਾਨ ਕਰਤਾ ਦੂਜਾ ਕਹਿੰਦਾ ਯਾਰ, ਤੇ ਸੁਭਾਵਿਕ ਵੀ ਹੈ ਵੀ ਲੋਕ ਮੰਨ ਜਾਂਦੇ ਵੀ ਯਾਰ ਸ਼ਾਇਦ ਹੋ ਜੇ, ਤੇ ਸਾਡੀ ਪੋਲਿਟਿਕਸ ਐਸੀ ਹੋ ਗਈ ਹੈ। ਸੋ ਉਹ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਸਮਝਦਾ ਜੇ ਹੌਲੀ ਹੌਲੀ ਇਹ ਸਿਆਸਤ ਜੇ ਲੋਕ ਚਾਹਣਗੇ ਤਾਂ ਇੱਕ ਐਸੀ ਪੋਜ਼ਿਟਿਵ ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਜਿਹੜੀ ਸੁਧਾਰ ਲੈ ਕੇ ਆਵੇ, ਤੇ ਤਾਂ ਕਿ ਬੱਚੇ ਸਾਡੇ ਨਿਰਾਸ਼ਤਾ ਕੀ ਹੁੰਦੀ ਹੈ, ਉਹਨਾਂ ਨੇ ਜੇ ਆਪਦੇ ਨੇ ਕਿਸੇ ਨੇ ਸਰਟੀਫਿਕੇਟ ਵੀ ਤਹਿਸੀਲ 'ਚ ਬਣਾਉਣਾ ਹੈ, ਕਿਸੇ ਨੇ ਬੈਕਵਰਡ ਕਲਾਸ SC ਸਰਟੀਫਿਕੇਟ ਹੈ, ਉਹ ਵੀ ਵਿਚਾਰਾ ਕਿਤੇ ਕਲਰਕ ਨੂੰ ਤਹਿਸੀਲਦਾਰ ਨੂੰ ਪੈਸੇ ਦੇ ਕੇ, ਉਹਦਾ ਜੈਨੂਇਨ ਕੰਮ ਵੀ ਨਹੀਂ ਹੁੰਦਾ, ਉਹ ਵੀ ਉਹਨੂੰ ਪੈਸੇ ਦੇ ਕੇ ਕਰਨਾ ਪੈਂਦਾ। ਮਾਯੂਸੀ ਤਾਂ ਆਪੇ ਆਉਣੀ ਹੈ, ਪਰ ਬਾਹਰ ਭੱਜਦੇ ਨੇ। ਤੇ ਸਰਕਾਰ ਚਾਹੇ ਤਾਂ ਇੱਕ ਵਾਰੀ ਅਫਸਰਾਂ ਨੂੰ ਇੱਕ ਸੰਕੇਤ ਦੇ ਦੇ, 2-4 ਬੰਦੇ ਕੱਢੇ ਹੋਣ ਨੌਕਰੀ 'ਚੋਂ, ਮੈਂ ਸਮਝਦਾ ਸਾਰਾ ਸੁਧਰ ਜੂ। ਪਰ ਜਦ ਅਫਸਰ ਦੇਖਦਾ ਵੀ ਯਾਰ ਜਦ ਸਾਡੇ ਤੋਂ ਉੱਤੇ ਵਾਲਾ, ਮੇਰੇ ਤੋਂ ਉੱਤੇ ਵਾਲਾ, ਉਦੋਂ ਉੱਤੇ ਵਾਲਾ, ਵੀ ਯਾਰ ਜੇ ਉਹ ਕਹੀ ਜਾਂਦਾ ਮੈਨੂੰ ਕਿਵੇਂ ਰੁਕੂਗਾ ਉਹ। ਸੋ ਇਹ ਚੀਜ਼ਾਂ ਨਾਲ ਸਾਨੂੰ ਪ੍ਰੋਮਿਸ ਇਹ ਕਰੀਏ ਵੀ ਅਸੀਂ ਤੁਹਾਨੂੰ ਇੱਕ ਕਰਪਸ਼ਨ ਜੇ ਖਤਮ ਨਹੀਂ ਕਰ ਸਕਦੇ, ਘੱਟੋ ਘੱਟ ਸਾਡਾ ਇਹ ਟਾਰਗੇਟ ਹੈ ਵੀ ਇੰਨੀ ਅਸੀਂ ਇਹਨੂੰ ਇੱਥੇ ਖਤਮ ਕਰੀਏ ਜਾਂ ਇਹਨੂੰ ਘਟਾਈਏ। ਬਿਲਕੁਲ ਸਹੀ। ਐਸੇ ਰੀਅਲਿਸਟਿਕ ਸਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਪ੍ਰੋਮਿਸ ਕਰਨੀ ਚਾਹੀਦੀ, ਅਤੇ ਲੋਕ ਵੀ, ਨੌਜਵਾਨਾਂ ਨੂੰ ਮੇਰੀ ਹੀ ਬੇਨਤੀ ਹੈ ਵੀ ਇਹ ਚੀਜ਼ਾਂ ਨੂੰ ਤੁਸੀਂ ਇਨਫੋਰਸ ਕਰੋਗੇ ਵੀ ਯਾਰ ਸਾਨੂੰ ਆਹ ਚਾਹੀਦਾ, ਨਾ ਕਿ ਆਹ ਚਾਹੀਦਾ। ਬਿਲਕੁਲ। ਢੀਂਡਸਾ ਸਾਹਿਬ, ਤੁਸੀਂ ਆਏ ਤੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬੜਾ ਧੰਨਵਾਦ। ਧੰਨਵਾਦ ਜੀ ਸੰਧਾਵਾਲੀ ਸਾਹਿਬ, ਮਿਹਰਬਾਨੀ ਤੁਹਾਡੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ, ਅਤੇ ਮੈਂ ਆਸ ਕਰਦਾ ਕਿ ਬਹੁਤ ਸਾਰੀਆਂ ਨਵੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਨੂੰ ਇੱਥੇ ਸੁਣਨ ਨੂੰ ਮਿਲੀਆਂ ਹੋਣਗੀਆਂ, ਨਵੇਂ ਸਵਾਲ ਵੀ ਪੈਦਾ ਹੋ ਗਏ ਹੋਣਗੇ। ਫਿਰ ਕਿਸੇ ਰਾਜਨੀਤਿਕ ਸ਼ਖਸੀਅਤ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਲਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।